ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਹਫਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਜੁੜ ਗਏ ਨੇ ਸਾਡੇ ਸਿੱਖ ਸਕਾਲਰ ਡਾਕਟਰ ਗੁਰਨਾਮ ਕੌਰ। ਇੱਕ ਬਹੁਤ ਭਖਦਾ ਮੁੱਦਾ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਉਹ ਹੈ ਸੁਪਰੀਮ ਕੋਰਟ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ, ਜਿਹੜਾ 2014 ਵਿੱਚ ਹੁੱਡਾ ਸਾਹਿਬ ਭੁਪਿੰਦਰ ਹੁੱਡਾ ਦੇ ਵੇਲੇ ਦਾ ਬਣਿਆ ਕਾਨੂੰਨ ਸੀਗਾ, ਉਹਨੂੰ ਸੁਪਰੀਮ ਕੋਰਟ ਨੇ ਮਾਨਤਾ ਦੇ ਦਿੱਤੀ ਹੈ, ਜਿਹਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਤਾਂ ਇੱਕ ਝਟਕਾ ਲੱਗਾ। ਮੈਂ ਸਮਝਦਾ ਸਾਰੇ ਸਿੱਖ ਪੰਥ ਨੂੰ ਇੱਕ ਵੱਡਾ ਝਟਕਾ ਲੱਗਾ, ਜਿੱਥੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਤੇ ਸਾਡੀਆਂ ਸੰਸਥਾਵਾਂ ਅਕਾਲ ਤਖਤ ਲਗਾਤਾਰ ਬਾਦਲ ਪਰਿਵਾਰ ਦੀ ਕਿਰਪਾ ਕਰਕੇ ਔਰ ਰਸਾਤਲ ਵੱਲ ਚਲਦੀਆਂ ਜਾਂਦੀਆਂ ਰਹੀਆਂ। ਲੰਬੇ ਸਮੇਂ ਤੋਂ ਸਿੱਖ ਘੁਟਨ ਮਹਿਸੂਸ ਕਰ ਰਿਹਾ ਕਿ ਇੱਕ ਪਰਿਵਾਰ ਨੇ ਸਾਰਾ ਕੁਝ ਸਾਡਾ ਖਤਮ ਕਰ ਦਿੱਤਾ, ਤੇ ਹੁਣ ਜਿਹੜਾ ਇਹ ਐਕਟ ਬਣਿਆ ਆ ਇਹਦੇ ਤੇ ਬਹੁਤ ਤਰ੍ਹਾਂ ਦੀਆਂ ਚਰਚਾ ਚੱਲ ਰਹੀਆਂ। ਅਸੀਂ ਡਾਕਟਰ ਸਾਹਿਬ ਕੋਲੋਂ ਜਾਣਦੇ ਹਾਂ ਕਿਸ ਤਰ੍ਹਾਂ ਦੀਆਂ ਨੇ ਇਹ ਗੱਲਾਂ ਬਾਤਾਂ, ਕਿਉਂ ਇਹਦਾ ਕੀ ਫਾਇਦਾ, ਪੰਥ ਨੂੰ ਕੀ ਨੁਕਸਾਨ ਹੈ। ਸੁਖਬੀਰ ਬਾਦਲ ਬਹੁਤ ਭੜਕੇ ਨੇ, ਉਹਨਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਸਿੱਖਾਂ ਨੂੰ ਪਾੜਨ ਦੀ ਇੱਕ ਸਾਜ਼ਿਸ਼ ਹੈ। ਪਰ ਦੂਜੇ ਪਾਸੇ ਵੇਖਣ 'ਚ ਆ ਰਿਹਾ, ਉਹ ਗੱਲ ਡਾਕਟਰ ਸਾਹਿਬ ਨਾਲ ਗੱਲਾਂ ਕਰਾਂਗੇ ਤਾਂ, ਕਿ ਆਮ ਜਿਹੜਾ ਲੋਕ ਨੇ, ਜਿਹੜੇ ਸਧਾਰਨ ਪੰਥ ਆ, ਜਿਹਨੂੰ ਸਿੱਖ ਸੰਗਤ ਕਹਿੰਦੇ ਆ, ਨਾ ਤੇ ਹਰਿਆਣਾ ਦੀ ਸਿੱਖ ਸੰਗਤ ਨੇ ਇਹ ਕਿਹਾ ਕਿ ਸਾਨੂੰ ਪਾੜਨ ਦਾ ਕੋਈ ਯਤਨ ਹੈ, ਨਾ ਹੀ ਬਾਦਲ ਸਾਹਿਬ ਦੇ ਬਿਆਨ ਤੇ ਪਿੱਛੇ ਨਜ਼ਰ ਆਉਂਦਾ ਹੈ ਕਿ ਜਿਹੜਾ ਪੰਥ ਹੈ, ਪੰਜਾਬ ਦਾ ਜਿਹੜਾ ਸੰਗਤ ਹੈ, ਸਿੱਖ ਸੰਗਤ ਆ, ਉਹਨੂੰ ਕੋਈ ਇਹਦੇ ਨਾਲ ਲੱਗਿਆ ਕਿ ਕੋਈ ਬਹੁਤ ਵੱਡਾ ਨੁਕਸਾਨ ਹੋਇਆ। ਅਸਲ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਜਿਹੜੀ ਆ ਉਹਦੇ ਖਾਤਮੇ ਲਈ ਰਾਹ ਪੱਧਰਾ ਕੀਤਾ ਜਾ ਰਿਹਾ। ਹਾਲਾਂਕਿ ਓਵਰਆਲ ਜਦੋਂ ਅਸੀਂ ਵੇਖਦੇ ਹਾਂ, ਜਦੋਂ ਧਰਮ ਯੁੱਧ ਮੋਰਚਾ ਲੱਗਾ ਸੀਗਾ ਤੇ ਸਿੱਖਾਂ ਦੀ ਇੱਕ ਵੱਡੀ ਮੰਗ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾ ਕੇ ਹਿੰਦੁਸਤਾਨ ਦੇ ਭਰ ਦੇ ਗੁਰਦੁਆਰੇ ਜਿਹੜੇ ਆ ਉਹਦੇ ਅੰਡਰ ਹੋਣ, ਪਰ ਹੌਲੀ ਹੌਲੀ ਖੁਦ ਅਕਾਲੀ ਦਲ ਵਾਲੇ ਹੀ ਇਹ ਤੋਂ ਜਿਹੜਾ ਆ ਉਹ ਕਿਨਾਰਾ ਕਰ ਗਏ ਸੀਗੇ। ਉਹਨਾਂ ਨੂੰ ਲੱਗਿਆ ਕਿ ਹਰਿਆਣਾ, ਹਿਮਾਚਲ ਤੇ ਪੰਜਾਬ, ਚੰਡੀਗੜ੍ਹ ਇੰਨਾ ਕੁ ਏਰੀਆ ਸਾਡੇ ਲਈ ਕਾਫੀ ਆ, ਉਹਨਾਂ ਨੇ ਉਹ ਮੰਗ ਹੀ ਛੱਡ ਦਿੱਤੀ। ਤੇ ਫਿਰ ਹਰਿਆਣਾ ਵਾਲਿਆਂ ਨੂੰ ਐਂ ਲੱਗਿਆ ਕਿ ਸਾਡੇ ਗੁਰਦੁਆਰਿਆਂ 'ਤੇ ਕਬਜ਼ਾ ਹੋ ਰਿਹਾ ਲਗਾਤਾਰ। ਆਪਾਂ ਨੂੰ ਯਾਦ ਹੋਏਗਾ ਝੁੰਡਾ ਸਾਹਿਬ ਬਹੁਤ ਪਾਪੂਲਰ ਹੋ ਰਿਹਾ ਹੈਗਾ। ਡਾਕਟਰ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ, ਆਪਣੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਦੋ ਤਰ੍ਹਾਂ ਦੇ, ਇੱਕ ਤੇ ਝੁੰਡਾ ਕਮੇਟੀ ਹੋਣ ਆਈ ਤੇ ਇੱਕ ਝੁੰਡਾ ਸਾਹਿਬ ਨੇ ਹਰਿਆਣੇ ਵਾਲੇ, ਜਿਨ੍ਹਾਂ ਨੇ ਕਾਫੀ ਸੰਘਰਸ਼ ਲੜਿਆ ਸੀਗਾ। ਤੇ 2014 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀਗੀ, ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਪਾਸ ਕੀਤਾ ਸੀਗਾ, ਜਿਹਨੂੰ ਇਹਨਾਂ ਚੈਲੰਜ ਕਰਤਾ ਸੀਗਾ ਅਕਾਲੀ ਦਲ ਨੇ। ਤੇ ਹੁਣ ਕੋਈ ਹਰਭਜਨ ਸਿੰਘ ਦੇ ਨਾਂ ਦਾ ਵਿਅਕਤੀ ਆ, ਉਹਨਾਂ ਨੇ ਸੁਪਰੀਮ ਕੋਰਟ 'ਚ ਇਹਨੂੰ ਚੈਲੰਜ ਕੀਤਾ ਸੀ ਅਕਾਲੀ ਦਲ ਵਾਲੇ ਪਾਸਿਓਂ, ਕਿ ਇਹ ਐਕਟ ਦੇ ਨਾਲ ਜਿਹੜਾ ਸਿੱਖ ਨੇ ਉਹਨਾਂ ਦੇ ਵਿੱਚ ਵੰਡੀਆਂ ਪੈਣਗੀਆਂ। ਉਹਨਾਂ ਦੀ ਦਲੀਲ ਸੀ ਕਿ ਜਿਹੜੀ ਹਰਿਆਣਾ ਰਾਜ ਦੇ ਇਤਿਹਾਸਿਕ ਗੁਰਦੁਆਰੇ ਆ, ਇਹਨਾਂ 'ਤੇ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੈ, ਪਰ ਹਰਿਆਣਾ 'ਚ ਤਾਕਤ ਦੀ ਵਰਤੋਂ ਕਰਕੇ ਗੁਰਦੁਆਰਿਆਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਇਸ ਪਟੀਸ਼ਨ ਨੂੰ ਹੁਣ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ, ਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਜਿਹੜਾ 2014 ਦਾ ਬਣਿਆ ਹੋਇਆ ਹਰਿਆਣੇ ਦਾ ਐਕਟ ਆ, ਇਹਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਇਹਦੇ ਤੇ ਹੁਣ ਬਹੁਤ ਸਾਰੇ ਸਵਾਲ ਨੇ। ਪਹਿਲੀ ਗੱਲ ਤੇ ਪਹਿਲੀ ਨਜ਼ਰੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਸ਼੍ਰੋਮਣੀ ਕਮੇਟੀ ਵੈਸੇ ਬੜੇ ਵੱਡੇ ਘੋਲਾਂ ਤੋਂ ਬਾਅਦ, ਬੜੀ ਵੱਡੀ ਮਿਹਨਤ ਤੋਂ ਬਾਅਦ ਸਾਡੇ ਵੱਡਿਆਂ ਨੇ, ਸਾਡੇ ਲੋਕਾਂ ਨੇ ਉਹਨੂੰ ਹੋਂਦ 'ਚ ਲਿਆਂਦਾ ਸੀਗਾ, ਤੇ ਅਸੀਂ ਇਹਨੂੰ ਮਿੰਨੀ ਪਾਰਲੀਮੈਂਟ ਵੀ ਕਹਿੰਦੇ ਹਾਂ। ਔਰ ਸਿੱਖਾਂ ਦੀ ਬੜੀ ਮਾਣਮੱਤੀ ਸੰਸਥਾ ਹੈ ਕਿ ਸਾਡੇ ਗੁਰਦੁਆਰਾ ਕੰਟਰੋਲ ਵਾਸਤੇ ਵੀ ਵੋਟਾਂ ਹੁੰਦੀਆਂ ਨੇ, ਪਰ ਵੋਟਾਂ ਕਿੱਦਾਂ ਹੁੰਦੀਆਂ ਉਹ ਗਾਂ ਅੱਗੇ ਦੀ ਗੱਲ ਹੋ ਗਈ ਆ। ਪਰ ਕੋਈ ਵੀ ਕਿਸ ਤਰ੍ਹਾਂ ਦਾ ਪ੍ਰਬੰਧ ਕਿਸੇ ਵੀ ਹੋਰ ਧਰਮ ਵਿੱਚ ਨਹੀਂ ਹੈ। ਸਾਡੇ ਧਰਮ ਦੀ ਵਿਲੱਖਣਤਾ ਹਰ ਥਾਂ ਕਿ ਅਸੀਂ ਡੈਮੋਕ੍ਰੇਸੀ ਵੀ ਰੱਖਦੇ ਹਾਂ, ਭਾਵੇਂ ਗੁਰੂ ਸਾਹਿਬ ਨੇ ਸਾਨੂੰ ਇਹ ਦਿੱਤਾ ਹੈ ਕਿ 5 ਪਿਆਰਿਆਂ ਦਾ ਸਿਧਾਂਤ, ਕਿ ਗੁਰੂ ਵੀ ਇਕੱਲਾ ਕੁਛ ਨਹੀਂ ਆ। ਪਰ ਹੌਲੀ ਹੌਲੀ ਜਿਸ ਤਰੀਕੇ ਨਾਲ ਰਾਜਨੀਤਿਕ ਲੋਕਾਂ ਨੇ ਇਹਨੂੰ ਵਿਗਾੜ ਦਿੱਤਾ ਸਾਰੇ ਕੁਝ ਨੂੰ, ਤੇ ਉਹਦੇ ਨਤੀਜੇ ਵਜੋਂ ਅੱਜ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਕਿ ਸਾਡੀ ਗੁਰਦੁਆਰਾ ਕਮੇਟੀ ਵੀ ਢਹਿ ਢੇਰੀ ਹੋ ਰਹੀ ਆ। ਔਰ ਦੂਜੇ ਪਾਸੇ ਹੁਣ ਜਿਹੜੇ ਰਾਜਨੀਤਿਕ ਲੋਕ ਨੇ ਉਹ ਆਪਣੇ ਮਫਾਦ ਲਈ ਕਹਿ ਰਹੇ ਨੇ, ਇਹ ਨਹੀਂ ਸੋਚਦੇ ਕਿ ਉਹਨਾਂ ਦੇ ਕਰਕੇ ਹੀ ਸ਼੍ਰੋਮਣੀ ਕਮੇਟੀ ਦਾ ਇੰਨਾ ਵੱਡਾ ਨੁਕਸਾਨ ਹੋਇਆ। ਉਹ ਹੁਣ ਕਹਿ ਰਹੇ ਨੇ ਕਿ ਪੰਥ ਵਿੱਚ ਫੁੱਟ ਪੈ ਗਈ ਇਹਦੇ ਨਾਲ। ਤੁਸੀਂ ਕੀ ਸੋਚਦੇ ਹੋ ਕਿ ਇਹਦੇ ਨਾਲ ਪੰਥ 'ਚ, ਹਰਿਆਣਾ ਪੰਜਾਬ 'ਚ ਕੋਈ ਫੁੱਟ ਪੈ ਜਾਣੀ ਆ? ਜੇ ਗੁਰਦੁਆਰਿਆਂ ਦਾ ਕੰਟਰੋਲ ਹਰਿਆਣਾ ਵੱਖਰਾ ਹੋ ਜਾਏਗਾ ਤੇ ਉਹਦੇ ਨਾਲ ਉਂਝ ਤੇ ਠੀਕ ਆ, ਇੱਕ ਸੰਸਥਾ ਦੇ ਥੱਲੇ ਹੋਵੇ, ਇੱਕ ਮੈਨੇਜਮੈਂਟ ਥੱਲੇ ਹੋਵੇ, ਤੇ ਸਿੱਖਾਂ ਨੂੰ ਵੀ ਚੰਗਾ ਲੱਗਦਾ ਕਿ ਸਾਡੀ ਇੱਕੋ ਮਰਿਆਦਾ, ਇੱਕੋ ਸਭ ਕੁਝ ਹੋਵੇ। ਹੁਣ ਸਾਡੇ ਮਸਲੇ ਜਿਹੜੇ ਨੇ, ਜਦੋਂ ਆਪਾਂ ਗੱਲ ਕਰਦੇ ਹਾਂ ਪਟਨਾ ਸਾਹਿਬ ਵਾਲੇ ਤਖਤ ਦੀ ਜਾਂ ਹਜ਼ੂਰ ਸਾਹਿਬ ਦੀ, ਤੇ ਉੱਥੇ ਸਾਡੀਆਂ ਮਰਿਆਦਾ ਨਹੀਂ ਲਾਗੂ ਹੁੰਦੀਆਂ, ਜਿਹਦਾ ਕਰਕੇ ਗੱਲ ਹਮੇਸ਼ਾ ਰੜਕਦੀ ਰਹਿੰਦੀ ਕਿ ਉੱਥੇ ਜੇ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੋਵੇ ਸਾਰੇ ਹਿੰਦੁਸਤਾਨ 'ਚ, ਆਲ ਇੰਡੀਆ ਗੁਰਦੁਆਰਾ ਐਕਟ ਬਣੇ, ਇੱਕੋ ਜਿਹੀ ਮਰਿਆਦਾ, ਇੱਕੋ ਜਿਹਾ ਢੰਗ ਤਰੀਕਾ ਵਰਤਿਆ ਜਾਵੇ, ਇਹ ਤਾਂ ਠੀਕ ਹੈ। ਪਰ ਕੀ ਜਿਹੜਾ ਬਾਦਲਾਂ ਨੇ ਜੋ ਕੁਝ ਹੁਣ ਤੱਕ ਕੀਤਾ, ਉਹਨੂੰ ਤੁਸੀਂ ਵੇਖਦੇ ਹੋਏ ਇਸ ਨਿਰਣੇ ਨੂੰ ਸਿੱਖ ਪੰਥ ਲਈ ਮਾਰੂ ਸਮਝਦੇ ਹੋ, ਜਾਂ ਬਾਦਲਾਂ ਦੀ ਰਾਜਨੀਤੀ ਲਈ ਮਾਰੂ ਆ, ਜਾਂ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਇਤਿਹਾਸਕ ਸੰਸਥਾ ਆ ਉਹਦੇ ਲਈ ਮਾੜਾ ਆ, ਜਾਂ ਸਾਡੀਆਂ ਹੋਰ ਸੰਸਥਾਵਾਂ 'ਤੇ ਦਾ ਕੀ ਅਸਰ ਪਊਗਾ?
ਦੇਖੋ, ਸਭ ਤੋਂ ਪਹਿਲਾਂ ਤਾਂ ਹਰਜੀਤ ਸਿੰਘ ਜੀ, ਕਿ ਸਿੱਖ ਧਰਮ ਦੀ ਬਾਣੀ ਦੀ ਸਟੂਡੈਂਟ ਹੋਣ ਦੇ ਨਾਤੇ ਮੇਰਾ ਇਹ ਮੰਨਣਾ ਹੈ ਕਿ ਸਪਿਰਿਚੁਅਲ ਦੇ ਵਿੱਚ ਜਦੋਂ ਮਤਲਬ ਪੋਲਿਟਿਕਸ ਇੰਟਰਫੀਅਰ ਕਰਦੀ ਹੈ ਤੇ ਉਹਦੇ ਨਾਲ ਸਾਰੀ ਗੜਬੜ ਜਿਹੜੀ ਹੈਗੀ ਆ ਉਹ ਪੈਦਾ ਹੁੰਦੀ ਹੈ। ਇਹ ਅਸੀਂ ਉਹ ਭਾਵੇਂ ਮਤਲਬ ਦਰਬਾਰ ਸਾਹਿਬ ਤੇ ਹਮਲਾ ਸੀ, ਚਾਹੇ ਇਹ 2014 ਵਿੱਚ ਆਪਣਾ ਭੁਪਿੰਦਰ ਸਿੰਘ ਹੁੱਡਾ ਦੀ ਕਹਿ ਲਓ ਜਦੋਂ ਚੀਫ ਮਿਨਿਸਟਰ ਸੀਗੇ ਉਦੋਂ ਨਹੀਂ ਬਣਾਇਆ। ਇਹ ਅਸੀਂ ਉਹਨਾਂ ਦੇ ਉੱਤੇ ਤਾਂ ਬਲੇਮ ਕਰਦੇ ਹਾਂ ਵੀ ਹਾਂਜੀ ਉਹਨਾਂ ਕਰਕੇ ਇਹ ਸਾਰਾ ਕੁਝ ਹੋਇਆ। ਅਸੀਂ ਆਪਣੇ ਆਪ ਨੂੰ ਕਿਉਂ ਨਹੀਂ ਫੋਲਦੇ ਹੈਗੇ ਵੀ ਕਿ ਜਿਹੜੀ ਸਾਡੀ ਪੋਲੀਟਿਕਸ ਹੈ, ਜਿਹੜੀ ਸੌੜੀ ਰਾਜਨੀਤੀ ਹੈ, ਉਹਨੂੰ ਜਦੋਂ ਅਸੀਂ ਧਰਮ ਦੇ ਉੱਤੇ ਹਾਵੀ ਕਰ ਦਿੰਦੇ ਹਾਂ ਤੇ ਇਹ ਗੜਬੜ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੋਰਟ ਦੇ ਵਿੱਚ ਜਦੋਂ ਵੀ ਜਾਵਾਂਗੇ, ਕੋਰਟ ਦੇ ਵਿੱਚੋਂ ਕਦੇ ਫੈਸਲਾ ਜਿਹੜਾ ਉਹ ਸਾਡੇ ਹੱਕ 'ਚ ਨਹੀਂ ਆਉਣਾ। ਇਹ ਗੱਲ ਸਾਨੂੰ ਸਮਝ ਕੇ ਸੋਚ ਕੇ ਚੱਲਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਤੁਸੀਂ ਆਪ ਹੀ ਗੱਲ ਕੀਤੀ ਹੈ ਵੀ ਇੱਕ ਪਰਿਵਾਰ ਦਾ ਉੱਥੇ ਕਬਜ਼ਾ ਹੈ SGPC ਦੇ ਉੱਤੇ। SGPC ਨੂੰ ਉਹਨਾਂ ਨੇ ਇੱਕ ਪੌੜੀ ਸਮਝਿਆ ਹੋਇਆ ਹੈ, ਕਹਿ ਲਓ ਤੁਸੀਂ ਵੀ ਇਹਦੇ ਅਸੈਂਬਲੀ ਤੱਕ ਜਾਣ ਦਾ ਤੇ ਇੱਕ ਪਾਰਲੀਮੈਂਟ ਤੱਕ ਜਾਣ ਦਾ ਇੱਕ ਸਾਧਨ ਹੈ। ਇਹ SGPC ਦਾ ਪੈਸਾ ਜਿਹੜਾ ਹੈਗਾ, ਫੰਡਸ ਨੇ ਜਿਹੜੇ ਉਹ ਅਕਾਲੀ ਦਲ ਤੇ ਖਰਚ ਹੁੰਦੇ ਨੇ, ਬਜਾਏ ਇਸ ਦੇ ਕਿ ਉਹ ਕੋਈ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ, ਸਿੱਖ ਬੱਚਿਆਂ ਦੀ ਕੋਈ ਐਜੂਕੇਸ਼ਨ ਦਾ ਪ੍ਰਬੰਧ ਕਰਨ ਵਾਸਤੇ, ਕੋਈ ਉਹਨਾਂ ਦਾ ਮੈਡੀਕਲ ਸਿਸਟਮ ਦੇਣ ਵਾਸਤੇ, ਕੋਈ ਕਿਤੇ ਗਰੀਬ ਸਿੱਖ ਨੂੰ ਉੱਤੇ ਚੱਕਣ ਵਾਸਤੇ ਕੋਈ ਉਹ ਪੈਸਾ ਖਰਚ ਕੀਤਾ ਜਾਵੇ, ਹੈ ਨਾ। ਤੇ ਇਹ ਕੋਰਟ ਦੇ ਵਿੱਚ ਜਦੋਂ ਵੀ ਜਾਵਾਂਗੇ ਉਹ ਤੇ ਗੜਬੜ ਹੋਣੀ ਹੈ। ਆਪਣਾ ਚਾਹੀਦਾ ਤੇ ਇਹ ਸੀ ਜਦੋਂ 2014 ਦੇ ਵਿੱਚ ਹੀ ਮਤਲਬ ਸੀਗਾ। ਇਹਦਾ ਇੱਕ ਕਾਰਨ ਹੋਰ ਵੀ ਹੈ। ਇਹ ਸਿਰਫ ਹਰਿਆਣੇ ਦੇ ਸਿੱਖਾਂ ਨੂੰ ਹੀ ਨਹੀਂ, ਜਾਂ ਮਤਲਬ ਪ੍ਰਬੰਧਕਾਂ ਨੂੰ, ਪੰਜਾਬ ਦੇ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਮਤਲਬ ਸਿੱਖ ਕਹਾਉਂਦੇ ਨੇ ਜਾਂ ਨੁਮਾਇੰਦਾ ਬੰਦੇ ਨੇ, ਉਹਨਾਂ ਨੂੰ ਵੀ ਤੇ ਪਾਸੇ ਰੱਖਿਆ ਹੋਇਆ। ਵੀ ਦੇਖੋ ਕਿਉਂ ਕਦੇ ਕੋਈ ਰਣਜੀਤ ਸਿੰਘ ਬ੍ਰਹਮਪੁਰਾ ਅਲੱਗ ਹੋ ਗਿਆ ਜੀ, ਫਲਾਣਾ ਹੋ ਗਿਆ ਢੀਂਗੜਾ, ਉਹ ਕਾਹਦੇ ਲਈ? ਕਿਉਂਕਿ ਹਰ ਇੱਕ ਇਹ ਜਿਹੜੀ ਪੋਲੀਟਿਕਸ ਆ ਗਈ ਹੋਈ ਹੈ ਨਾ, ਪਾਵਰ ਦੀ ਭੁੱਖ ਹੈ, ਇਹ ਸਾਰੀ ਗੜਬੜ ਕਰਦੀ ਹੈ। ਪਹਿਲਾਂ ਇਹਨਾਂ ਨੇ ਉਹ ਕੀਤਾ ਆਪਣਾ ਮਤਲਬ ਸਹਿਜਧਾਰੀ ਸਿੱਖ, ਹੁਣ ਗੁਰਦੁਆਰੇ ਤਾਂ ਸਹਿਜਧਾਰੀ ਸਿੱਖ ਜਾਂਦਾ, ਉੱਥੇ ਚੜਾਵਾ ਵੀ ਚੜਾ ਸਕਦਾ, ਸਾਰਾ ਕੁਝ ਕਰਦਾ, ਉਹਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ। ਕਿਉਂ ਨਹੀਂ ਹੈ ਹੱਕ ਉਹਨੂੰ? ਸਾਡੇ ਕੋਲ ਜਦੋਂ ਗੁਰੂ ਨੇ ਸਾਨੂੰ ਸੰਗਤੀ ਮਾਡਲ ਦਿੱਤਾ ਤੇ ਸੰਗਤ ਦੇ ਤੌਰ ਤੇ ਇਕੱਠੇ ਹੋ ਕੇ ਸਿਰ ਜੋੜ ਕੇ ਇਹਨਾਂ ਮਸਲਿਆਂ ਨੂੰ ਸੁਲਝਾਇਆ ਜਾ ਸਕਦਾ ਸੀ, ਕੋਰਟ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ। ਦੂਜੀ ਗੱਲ ਇਹ ਹੈ ਕਿ ਜੇ ਹਰਿਆਣੇ ਦੇ ਜਿਹੜੇ ਮਤਲਬ ਮੈਂਬਰ ਰਹੇ ਨੇ, ਬਣਦੇ ਰਹੇ ਨੇ ਮੈਂਬਰ, ਤੁਸੀਂ ਉਹਨਾਂ ਦੀ ਝੁੰਡਾਂ ਦੀ ਗੱਲ ਕੀਤੀ ਆ, ਉਹ ਵੀ SGPC ਦੇ ਮੈਂਬਰ ਰਹੇ। 3 ਮੈਂਬਰ ਹਰਿਆਣੇ ਤੋਂ ਮੇਰੇ ਖਿਆਲ ਆਉਂਦੇ ਆ, ਇੱਕ ਆਉਂਦੇ ਆ ਆਪਣੇ ਚੰਡੀਗੜ੍ਹ ਤੋਂ ਤੇ ਇੱਕ ਹਿਮਾਚਲ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ। ਫੈਸਲਾ ਤਾਂ ਇੱਕ ਵਨ ਮੈਨ ਸ਼ੋਅ ਬਣਿਆ ਹੋਇਆ, ਮਤਲਬ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ, ਹੁਣ ਸੁਖਬੀਰ ਸਿੰਘ ਬਾਦਲ ਕਰਦੇ ਨੇ, ਤੇ ਇਹੋ ਜਿਹੀਆਂ ਦੁਸ਼ਵਾਰੀਆਂ ਤਾਂ ਫਿਰ ਪੈਦਾ ਹੋਣਗੀਆਂ। ਮਤਲਬ ਮੁੱਖ ਕਾਰਨ ਤੁਸੀਂ ਇਹ ਸਮਝਦੇ ਹੋ ਕਿ ਬਾਦਲ ਪਰਿਵਾਰ ਦੀ ਇੰਟਰਫੇਰੈਂਸ ਕਰਕੇ ਪੰਥ ਦਾ ਨੁਕਸਾਨ ਹੋਇਆ? ਬਿਲਕੁਲ, ਕਿਉਂਕਿ ਉਹਦੇ ਕਰਕੇ ਸਿਰ ਜੋੜ ਕੇ ਨਹੀਂ ਨਾ ਬੈਠਦੇ, ਲੋਕਾਂ ਨੂੰ ਅਹਿਮੀਅਤ ਨਹੀਂ ਦਿੰਦੇ, ਸੰਗਤ ਨੂੰ ਅਹਿਮੀਅਤ ਨਹੀਂ ਦਿੰਦੇ। ਸਾਨੂੰ ਸੰਗਤੀ ਮਾਡਲ, 5 ਪਿਆਰਿਆਂ ਦਾ ਮਾਡਲ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੋਇਆ। ਕੋਈ ਮਸਲਾ ਇਹੋ ਜਿਹਾ ਨਹੀਂ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ। ਜੇ ਅਸੀਂ ਗੁਰੂ ਦਾ ਆਸਰਾ ਲੈ ਕੇ ਇਕੱਠੇ ਹੋ ਕੇ ਸ਼ਾਂਤਮਈ ਮਾਹੌਲ ਦੇ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਰੱਖਾਂਗੇ, ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਉਹ ਕਿਉਂ ਨਹੀਂ ਸੁਲਝ ਸਕਦੀਆਂ? ਸੁਲਝ ਸਕਦੀਆਂ ਨੇ ਨਾ। ਤੇ ਮੈਂ ਆਪਣਾ ਮਤਲਬ ਇਹ ਗੱਲ ਸੁਣਦੇ ਹੁੰਦੇ ਸੀ ਵੀ ਦੇਖੋ ਇਹਨਾਂ ਦੀ ਮਿਹਰਬਾਨੀ ਦੇ ਨਾਲ, ਪਹਿਲੀ ਗੱਲ ਤਾਂ ਇਹ ਹਰਿਆਣਾ ਵੱਖ ਹੋਇਆ ਪੰਜਾਬ ਤੋਂ, ਜੀ ਬਿਲਕੁਲ। ਪੰਜਾਬੀ ਬੋਲਦੇ ਇਲਾਕੇ ਗਏ, ਧਾਰਮਿਕ ਸਥਾਨ ਵੀ ਗਏ, ਸਾਰੀ ਇੰਡਸਟਰੀ ਉੱਧਰ ਗਈ, ਟੂਰਿਜ਼ਮ ਹੈ ਜਿਹੜਾ ਸਾਰਾ ਉਹ ਹਿਮਾਚਲ ਪ੍ਰਦੇਸ਼ 'ਚ ਗਿਆ। ਉਹ ਸਿਰਫ ਇਹਨਾਂ ਨੂੰ ਉਹ ਵੀ ਰਾਜਨੀਤਿਕ ਭੁੱਖ ਸੀਗੀ ਵੀ ਇੰਨੇ ਖਿੱਤੇ ਦੇ ਵਿੱਚ ਸਾਨੂੰ ਮਤਲਬ ਨਾ ਰਾਜ ਕਰਨ ਦਾ ਉਹ ਮਿਲ ਜੂਗਾ, ਇੱਥੇ ਮੈਜੋਰਟੀ ਸਿੱਖ ਮੈਜੋਰਟੀ ਵਾਲਾ ਸੂਬਾ ਹੋਊਗਾ। ਤੇ ਇਹ ਜਿਹੜੀ ਰਾਜਨੀਤਿਕ ਭੁੱਖ ਹੈ ਨਾ, ਇਸ ਨੇ ਸਾਰੀਆਂ ਇਹ ਜਿਹੜੀਆਂ ਗੜਬੜੀਆਂ ਨੇ ਇਹ ਪੈਦਾ ਕੀਤੀਆਂ ਨੇ। ਅੱਛਾ ਡਾਕਟਰ ਸਾਹਿਬ, ਸਭ ਤੋਂ ਜ਼ਿਆਦਾ ਭੜਕੇ ਨੇ ਸੁਖਬੀਰ ਬਾਦਲ ਜੀ। ਉਹਨਾਂ ਨੇ ਬਹੁਤ ਤੱਤੇ ਬਿਆਨ ਦਿੱਤੇ ਆ ਕਿ ਸਿੱਖ ਪੰਥ ਵਿੱਚ ਬੜਾ ਵੱਡਾ ਇਹਨਾਂ ਪਾੜ ਪਾ ਦਿੱਤਾ, ਇਹਦੇ ਨਾਲ ਇਹ ਹੋਇਆ। ਤੇ ਜਦੋਂ ਹਰਿਆਣੇ ਵਾਲੇ ਕਹਿ ਰਹੇ ਨੇ ਕਿ ਸਿੱਖ ਸੰਗਤ ਨੂੰ ਨਹੀਂ ਪਾੜਿਆ ਗਿਆ, ਇਹ ਸਿਰਫ ਗੋਲਕ ਜਿਹੜੀ ਆ। ਨਹੀਂ, ਸਹੀ ਗੱਲ ਹੈ। ਦੇਖੋ ਤੁਸੀਂ ਜਿੰਨੇ ਇਤਿਹਾਸਕ ਗੁਰਦੁਆਰੇ ਨੇ, ਮੈਂ ਪੜ੍ਹ ਰਹੀ ਸੀ, ਮੇਰਾ ਖਿਆਲ ਹੈ ਘੱਟੋ ਘੱਟ ਤਾਂ 6 ਤਾਂ ਇਤਿਹਾਸਕ ਗੁਰਦੁਆਰੇ ਆ ਹਰਿਆਣੇ ਦੇ ਵਿੱਚ। ਬਾਕੀ ਜਿਨ੍ਹਾਂ ਦੀ ਆਮਦਨ ਦੇ ਹਿਸਾਬ ਨਾਲ SGPC ਦੇ ਅੰਡਰ ਆ ਜਾਂਦੇ ਨੇ, ਉਸ ਹਿਸਾਬ ਨਾਲ ਵੀ ਮਤਲਬ ਗੁਰਦੁਆਰੇ ਹੋਣਗੇ। ਹੁਣ ਉਹਨਾਂ ਦੇ ਨਾਲ ਇੰਸਟੀਟਿਊਸ਼ਨਸ ਬਣੀਆਂ ਹੋਈਆਂ ਨੇ, ਉਹਨਾਂ ਦੀ ਜਿਹੜੀ ਹੁਣ ਆਮਦਨ ਹੈ, ਹੁਣ ਹਰੇਕ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਜ਼ਮੀਨਾਂ ਨੇ, ਉਹਨਾਂ ਦੇ ਨਾਲ ਉਹਨਾਂ ਦੀਆਂ ਪ੍ਰੋਪਰਟੀਜ਼ ਨੇ, ਤੇ ਉਹਨਾਂ ਦੀ ਜਿਹੜੀ ਆਮਦਨ ਆ ਉਹ ਹੁਣ ਹਰਿਆਣੇ ਦੇ ਵਿੱਚ ਰਹੂਗੀ, ਹੈ ਨਾ।
ਤੇ ਉਹ ਹੁਣ ਇੱਥੇ ਨਾ ਸੁਖਬੀਰ ਬਾਦਲ ਹੋਣਾ ਕੋਲ ਨਹੀਂ ਆਉਣੀ, ਤੇ ਇਹਨਾਂ ਨੂੰ ਤਾਂ ਉਹ ਡਾਕਟਰ ਸਾਹਿਬ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਨ੍ਹਾਂ ਨੂੰ ਇਹਨਾਂ ਨੇ 99 ਸਾਲ ਦੇ ਪਟੇ ਤੇ ਆਪਣੇ ਟਰਸਟ ਬਣਾ ਕੇ ਆਪਣੇ ਘਰਾਂ 'ਚ ਲਿਆਂਦਾ ਹੋਇਆ, ਆਪਣੇ ਘਰਾਂ 'ਚ ਲਿਆਂਦਾ ਹੋਇਆ, ਆਪਣੇ ਮਤਲਬ ਆਪਣੇ ਬੰਦਿਆਂ ਨੂੰ ਇਹਨਾਂ ਨੇ ਦਿੱਤੇ। ਹਰਿਆਣੇ 'ਚ ਇਹ ਘਟਨਾ ਹੈਗੀ ਆ, ਕੁਰੂਕਸ਼ੇਤਰ ਜਗ੍ਹਾ ਹੈਗੀ ਆ, ਭਾਈ ਰਣਜੀਤ ਸਿੰਘ ਬਾਰ-ਬਾਰ ਇਹ ਗੱਲਾਂ ਉਠਾਉਂਦੇ ਰਹੇ ਆ। ਪਰ ਜਿਹੜੀ ਇਹ ਹੋਇਆ ਨਾ ਜੀ ਫੈਸਲਾ, ਜਦੋਂ ਆਪਾਂ ਕਹਿ ਦਿੰਦੇ ਆ ਕਿ ਜੇ ਸਿੱਖਾਂ ਦਾ ਕੋਈ ਵੀ ਮਸਲਾ ਕੋਰਟ 'ਚ ਜਾਊਗਾ ਤੇ ਨਿਆਂ ਨਹੀਂ ਮਿਲਣਾ, ਤੁਸੀਂ ਇਹ ਇਦਾਂ ਸਮਝਦੇ ਹੋ। ਪਰ ਮੇਰੇ ਮਨ 'ਚ ਇਹ ਆ ਕਿ ਜਦੋਂ ਕੋਰਟ ਵੇਖਦੀ ਆ, ਉਹ ਜਿਹੜੇ ਤੱਥ ਵੇਖਦੀ ਆ ਜਿਸ ਤਰੀਕੇ ਨਾਲ, ਜਿਹੜਾ ਹਰਿਆਣਾ ਪੁਨਰਗਠਨ ਐਕਟ, ਪੰਜਾਬ ਪੁਨਰਗਠਨ ਜਦੋਂ ਹੋਇਆ, ਉਹਦਾ ਜਿਹੜਾ ਐਕਟ ਆ, ਉਹਦੇ ਬਦਲੇ ਉਹਦੇ ਤੋਂ ਬਾਅਦ ਜਦੋਂ ਹਰਿਆਣਾ ਇੱਕ ਵੱਖਰਾ ਬਣ ਗਿਆ, ਜਿਹੜੀ ਮੰਗ ਇਹਨਾਂ ਦੀ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ, ਵੱਡੀ ਸਟਰਗਲ ਆਪਾਂ ਲੜੀ ਵੀ ਆ, ਉਹਦੇ ਲਈ ਸਟਰਗਲ ਕਰਨੀ ਚਾਹੀਦੀ ਸੀ ਨਾ ਵੀ ਆਲ ਇਨ। ਦੇਖੋ ਜਿਵੇਂ ਹੁਣ ਪਾਰਲੀਮੈਂਟ ਹੈ ਨਾ, ਸਾਰੇ ਦੇਸ਼ ਦੀ ਉਹ ਹੈਗੀ ਰਿਪਰੈਜ਼ੈਂਟੇਟਿਵ ਹੈ ਨਾ, ਇਸੇ ਤਰ੍ਹਾਂ SGPC ਸਾਰੇ ਦੇਸ਼ ਦੇ ਗੁਰਦੁਆਰਿਆਂ ਦੀ ਰਿਪਰੈਜ਼ੈਂਟੇਟਿਵ ਹੁੰਦੀ, ਪਰ ਉਹਦੇ ਵਿੱਚ ਫੈਡਰਲ ਢਾਂਚਾ ਵੀ ਇਵੋਲਵ ਹੋਣਾ ਚਾਹੀਦਾ ਸੀ। ਆਲ ਇੰਡੀਆ ਐਕਟ ਦੇ ਨਾਲ ਸਾਰਾ ਇੱਕ ਥਾਂ ਹੁੰਦਾ, ਤੇ ਫਿਰ ਵੱਖਰੇ ਵੱਖਰੇ ਜਿਹੜੇ ਹੈਗੇ ਨੇ ਸਟੇਟ ਨੇ, ਉਹਨਾਂ ਦਾ ਪ੍ਰਬੰਧ ਦਾ ਉਹ ਦਿੱਤਾ ਜਾ ਸਕਦਾ ਮਤਲਬ ਹੀ। ਪਰ ਖੁਦ ਅਕਾਲੀ ਦਲ ਹੀ ਇਸ ਮੰਗ ਤੋਂ ਪਿੱਛੇ ਹਟ ਗਿਆ। ਕਦੀ ਆਪਾਂ ਸੁਣਿਆ ਨਹੀਂ ਧਰਮ ਯੁੱਧ ਮੋਰਚੇ ਤੋਂ ਬਾਅਦ ਸਿਰਫ ਜਿਹੜਾ ਮੇਰਾ ਮੰਨਣਾ ਹੈ, ਜਿੰਨੀ ਕੁ ਮਤਲਬ ਬਚਪਨ ਤੋਂ ਦੇਖਦੇ ਆਏ ਆ, ਤਾਂ ਉਹ ਇਹ ਹੈ ਕਿ ਇਹ ਆਪਣੀ ਸੂਟੇਬਿਲਟੀ ਦੇ ਮੁਤਾਬਕ ਚੱਲਦੇ ਆ। ਅਕਾਲੀ ਦਲ ਖਾਸ ਕਰਕੇ ਜਦੋਂ ਤੋਂ ਬਾਦਲ ਹੋਣੀ ਮਤਲਬ ਕਾਬਜ ਹੋਏ ਨੇ, ਬਾਦਲ ਧੜਾ ਕਹਿ ਲਓ, ਬਾਦਲ ਪਰਿਵਾਰ ਹੀ ਕਹਿ ਲਈਏ ਤੁਸੀਂ, ਧੜਾ ਧੁੜਾ ਕਿਹੜਾ, ਤੇ ਇਹ ਜਦੋਂ ਤੋਂ ਇਹ ਕਾਬਜ ਹੋਏ ਨੇ, ਇਹ ਆਪਣੇ ਹਿਸਾਬ ਨਾਲ ਇਹ ਮੰਗ ਉਠਾ ਲੈਂਦੇ ਨੇ ਲੋਕਾਂ ਨੂੰ ਇਮੋਸ਼ਨਲ ਕਰਨ ਦੇ ਵਾਸਤੇ, ਉਹਨਾਂ ਨੂੰ ਮਗਰ ਲਾਉਣ ਦੇ ਲਈ, ਤੇ ਉਹ ਵਰਤਣਾ ਹੁੰਦਾ ਆਪਣੀ ਪੋਲਿਟਿਕਸ ਦੇ ਵਾਸਤੇ, ਆਪਣਾ ਵੋਟ ਬੈਂਕ ਪੱਕਾ ਕਰਨ ਦੇ ਲਈ। ਤੇ ਮੁੜ ਕੇ ਇਹ ਐਜੀਟੇਸ਼ਨ ਧਰਮ ਯੁੱਧ ਮੋਰਚਾ ਲਾਇਆ ਕਿੱਧਰ ਨੂੰ ਸੀ ਤੇ ਚਲਾ ਕਿੱਧਰ ਨੂੰ ਗਿਆ ਉਹ, ਮਤਲਬ ਹੈ ਨਾ, ਕਿੰਨਾ ਘਾਣ ਕੀਤਾ ਪੰਜਾਬ ਦਾ ਉਹਨੇ। ਇਸੇ ਤਰ੍ਹਾਂ ਇਹ ਹਰ ਉਹਦੇ ਵਿੱਚ ਕਰਦੇ ਨੇ, ਲੋਕਾਂ ਦੇ ਨਾਲ ਜਿਹੜਾ ਭਰ ਦੇਣਗੇ, ਤੂੜ ਦੇਣਗੇ, ਅੱਗੋਂ ਪਿੱਛੋਂ ਪੁੱਛਣਾ ਨਹੀਂ ਹੈ, ਤੇ ਉਹਨੂੰ ਉਸ ਤਾਕਤ ਨੂੰ ਫਿਰ ਆਪਦੇ ਲਈ ਵਰਤਦੇ ਨੇ ਇਹ। ਜੇ ਇਹ ਸਿਰਫ ਧਰਮ ਦੇ ਲਈ, ਇਹ ਤੇ ਡਾਕਟਰ ਸਾਹਿਬ ਬੀਤੇ ਦਾ ਇਤਿਹਾਸ ਹੋ ਗਿਆ ਨਾ, ਹੁਣ ਉਹਨਾਂ ਦੀ ਕਾਲ ਤੇ ਕੋਈ ਵਿਅਕਤੀ ਉਹਨਾਂ ਨਾਲ ਖੜਾ ਹੀ ਨਹੀਂ। ਹੁਣ ਜਿਹੜਾ ਸੁਖਬੀਰ ਕਿਉਂ ਖੜਨਗੇ? ਕਿਉਂਕਿ ਲੋਕ ਹੁਣ ਐਜੂਕੇਟਡ ਹੋ ਗਏ ਨੇ, ਲੋਕਾਂ ਨੂੰ ਸਮਝ ਲੱਗ ਗਈ ਹੋਈ ਹੈ। ਜੇ ਲੋਕਾਂ ਨੂੰ ਸਮਝ ਨਾ ਲੱਗੀ ਹੁੰਦੀ ਤਾਂ ਇਹ 2 ਜਾਂ 3 ਕਿਹੜੀਆਂ ਸੀਟਾਂ ਆਈਆਂ ਨੇ ਅਸੈਂਬਲੀ 'ਚ ਕਿਉਂ ਆਉਂਦੀਆਂ? ਕਦੇ ਅਕਾਲੀ ਦਲ ਨਾਲ ਜਦੋਂ ਕਾਂਗਰਸ ਵੀ ਡੋਮੀਨੇਟਿੰਗ ਰਹੀ ਹੈ, ਅਕਾਲੀ ਦਲ ਨਾਲ ਇਦਾਂ ਕਦੀ ਹੋਇਆ ਸੀ ਵੀ ਉਹ 2-3 ਸੀਟਾਂ ਦੇ ਉੱਤੇ ਸੁਗੜ ਕੇ ਜਾਣ? ਕਿਸੇ ਨੇ ਸੋਚਿਆ ਹੋਊਗਾ ਵੀ ਸੁਖਬੀਰ ਬਾਦਲ ਦੀ ਤਾਂ ਗੱਲ ਛੱਡੋ, ਚਲੋ ਵੀ ਪ੍ਰਕਾਸ਼ ਸਿੰਘ ਬਾਦਲ ਕਦੀ ਹਾਰ ਜੂਗਾ? ਸੋਚਿਆ ਹੋਇਆ ਸੀ ਕਿਸੇ ਨੇ? ਉਹ ਹਾਰ ਗਿਆ। ਕਿਉਂ ਹਾਰਿਆ? ਕਿਉਂਕਿ ਲੋਕ ਹੁਣ ਕੌਨਸ਼ੀਅਸ ਹੋ ਗਏ ਹੋਏ ਨੇ, ਲੋਕਾਂ ਨੂੰ ਪਤਾ ਲੱਗ ਗਿਆ ਹੋਇਆ ਕਿ ਇਹ ਸਾਡੀ ਜਿਹੜੀ ਇਮੋਸ਼ਨਲ ਬਲੈਕਮੇਲਿੰਗ ਸਾਡੀ ਕਰਦੇ ਨੇ, ਸਾਨੂੰ ਐਕਸਪਲੋਇਟ ਕਰਦੇ ਨੇ ਇਮੋਸ਼ਨਲੀ, ਧਰਮ ਦੇ ਨਾਂ ਦੇ ਉੱਤੇ ਆਪਣੀ ਪੋਲਿਟਿਕਸ ਕਰਦੇ ਨੇ ਇਹ। ਬਿਲਕੁਲ। ਅੱਛਾ, ਹੁਣ ਡਾਕਟਰ ਸਾਹਿਬ ਤੁਸੀਂ ਇਹਨੂੰ ਆਪਾਂ 2-3 ਚੀਜ਼ਾਂ ਨੂੰ ਵਿਚਾਰਦੇ ਹਾਂ। ਇੱਕ ਤੇ ਆ ਕਿ ਇਦਾਂ ਲੱਗਦਾ ਹੈ ਕਿ ਜਿੱਦਾਂ ਸੁਖਬੀਰ ਬਾਦਲ ਦੀ ਜਾਂ ਬਾਦਲ ਪਰਿਵਾਰ ਦੀ ਜਿਹੜੀ ਆ ਅਕਾਲੀ ਦਲ 'ਚੋਂ ਪੁੱਠੀ ਗਿਣਤੀ ਸ਼ੁਰੂ ਹੋ ਗਈ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਸੀ, ਤੁਹਾਨੂੰ ਯਾਦ ਹੋਣਾ ਆ ਕਿ ਕੋਈ ਨਾ ਕੋਈ ਤਰੀਕਾ ਹੁਣ ਜਿਹੜੀ ਮੋਦੀ ਸਰਕਾਰ ਹੈ ਉਹ ਵਰਤੇਗੀ ਕਿ ਸ਼੍ਰੋਮਣੀ ਕਮੇਟੀ ਨੂੰ ਕੈਪਚਰ ਕਰੇ। ਉਹਦੇ ਤੋਂ ਵੀ ਵੱਡਾ ਐਕਸ਼ਨ ਹੋ ਗਿਆ ਹੈ। ਜਿਹੜੀ ਸ਼੍ਰੋਮਣੀ ਕਮੇਟੀ ਨੂੰ ਪੂਰੀ ਨੂੰ ਕੈਪਚਰ ਕਰਨਾ ਸੀ ਕਿਸ ਤਰੀਕੇ ਨਾਲ, ਜਿੱਦਾਂ ਪਿੱਛੇ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਲ ਵੇਖਿਆ ਕਿ ਉਹਦੇ ਵਿੱਚ ਉਹਨਾਂ ਨੇ ਲਗਭਗ ਆਪਣਾ ਕਬਜ਼ਾ ਕਰ ਲਿਆ। ਹੁਣ ਤੇ ਹੁਣ ਇਨਡਾਇਰੈਕਟਲੀ ਹਰਿਆਣੇ 'ਚ ਵੀ ਇਦਾਂ ਹੋ ਗਿਆ। ਕਿਉਂਕਿ ਮੈਂ ਦਾਦੂਵਾਲ ਦਾ ਹੁਣੀ ਬਿਆਨ ਪੜ੍ਹ ਕੇ ਆਈ ਹਾਂ, ਬਲਜੀਤ ਸਿੰਘ ਦਾਦੂਵਾਲ ਦਾ। ਉਹ ਕਹਿੰਦੇ ਇਹਦੇ ਲਈ ਮੋਦੀ ਸਾਹਿਬ, ਤੋਮਰ ਸਾਹਿਬ, ਸਾਰਿਆਂ ਦਾ ਧੰਨਵਾਦ ਕਰਨਾ ਬਣਦਾ, ਖੱਟਰ ਦਾ ਧੰਨਵਾਦ ਕਰਨਾ ਬਣਦਾ। ਇਹਨਾਂ ਦੀ ਉਹਦੇ ਨਾਲ ਹੀ ਸਾਡਾ ਇਹ ਜਿਹੜੀ ਹੈਗੀ ਆ ਉਹ ਮਤਲਬ ਜਿੱਤ ਹੋਈ ਹੈ ਜਾਂ ਕਹਿ ਲਈਏ। ਵੈਸੇ ਦਾਦੂਵਾਲ ਸਾਹਿਬ ਨੂੰ ਇਸ ਗੱਲ ਦੀ ਕਰਨ ਲੱਗਿਆ ਥੋੜੀ ਜੀ ਸੰਕੋਚ ਕਰਨਾ ਚਾਹੀਦਾ। ਮੈਂ ਸ਼ਬਦ ਕਹਿਣਾ ਸ਼ਰਮ ਹੋਣੀ ਚਾਹੀਦੀ ਆ ਕਿ ਕੋਰਟ ਦਾ ਫੈਸਲਾ ਆ, ਨਾ ਕਿ ਖੱਟਰ ਦਾ ਫੈਸਲਾ ਆ ਜਾਂ ਮੋਦੀ ਦਾ ਫੈਸਲਾ। ਜੇ ਉਹ ਕੋਰਟ ਨੂੰ ਮਾਨਤਾ ਦਿੰਦੇ ਆ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਖੱਟਰ ਨੇ ਉਹਨੂੰ ਕਰਾਤਾ, ਇਹਦਾ ਮਤਲਬ ਤੇ ਸ਼ਰੇਆਮ ਆ ਵੀ ਫਿਰ ਪੋਲਿਟਿਕਸ ਉਹਦੇ ਵਿੱਚ ਵੀ ਸ਼ਾਮਲ ਹੈ। ਬਿਲਕੁਲ ਬਿਲਕੁਲ। ਇਹ ਹੁਣ ਦੇਖੋ, ਹੁਣ ਜੇ ਆਪਾਂ BJP ਦੀ ਗੱਲ ਕਰੀਏ, ਉਹਦਾ ਤਾਂ ਏਜੰਡਾ ਹੀ ਹੈ ਬੰਦੇ ਤੋੜਨੇ, ਉਹਨਾਂ ਨੂੰ ਆਪਣੇ ਨਾਲ ਲਾਉਣੇ। ਜਿਵੇਂ ਪੋਲੀਟੀਸ਼ੀਅਨ ਨੇ ਉਹਨਾਂ ਦੇ ਉੱਤੇ ED ਦਾ ਕਰਾ ਦਿੱਤਾ, ਤੁਸੀਂ ਹੋਰ ਮਤਲਬ ਇੱਦਾਂ ਦੇ ਮਗਰ ਪਾ ਕੇ ਏਜੰਸੀਆਂ ਨੂੰ ਤੇ ਆਪਣਾ ਮਤਲਬ ਲੈ ਆਓ ਨਾਲ। ਇੱਦਾਂ ਹੁਣ ਉਹ ਕਮੇਟੀਆਂ ਤੋੜਨਗੇ। ਜਿਵੇਂ ਹੁਣ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਵੀ ਪਟਨਾ ਸਾਹਿਬ ਹੈ ਜਾਂ ਸੱਚਖੰਡ ਦੀ ਹੈਗੀ ਆ ਪ੍ਰਬੰਧ ਹੈ, ਉਹ ਤਾਂ ਆਲਰੇਡੀ ਉੱਥੇ ਇੰਟਰਫੀਅਰੈਂਸ ਸਟੇਟ ਗਵਰਨਮੈਂਟ ਦੀ ਹੈਗੀ ਹੈ, ਤੇ ਹੁਣ ਹਰਿਆਣੇ ਦੇ ਵਿੱਚ ਵੀ ਹੋ ਜੂਗੀ। ਤੇ ਉਹਦੇ ਥਰੂ ਮਤਲਬ ਦਿੱਲੀ ਦੀ ਕੇਂਦਰ ਸਰਕਾਰ ਦੀ ਹੋਣੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਲਬ ਚੱਲ ਰਿਹਾ ਜਿਹੜਾ, ਉਹ ਵੀ ਸੈਂਟਰ ਦੇ ਮੁਤਾਬਕ ਹੀ ਹੈ। ਉਹ ਜੇ ਸੈਂਟਰ ਦੇ ਵਿੱਚ ਦਿੱਲੀ ਪ੍ਰਬੰਧਕ ਕਮੇਟੀ ਦਾ ਪਤਾ ਕੀ ਹੈ, ਕਿਉਂਕਿ ਮੈਂ ਉੱਥੇ ਕਲਾਸਾਂ ਵੀ ਲੈਂਦੀ ਰਹੀ ਹਾਂ, ਅਸੀਂ ਕੋਰਸ ਖੋਲ੍ਹੇ ਹੋਏ ਸੀ, ਉੱਥੇ ਜਾਂਦੇ ਰਹੇ ਹਾਂ।
ਤੇ ਉਹਨਾਂ ਨੇ ਇਹੀ ਕਹਿਣਾ ਵੀ ਜਿਹੜਾ ਵੀ ਕੇਂਦਰ ਦੇ ਵਿੱਚ ਕੁਰਸੀ ਦੇ ਉੱਤੇ ਹੁੰਦਾ, ਕਿਉਂਕਿ ਅਸੀਂ ਬੈਨੀਫਿਟਸ ਲੈਣੇ ਆ, ਸਾਨੂੰ ਕੰਸੈਸ਼ਨ ਚਾਹੀਦੇ ਨੇ, ਸਾਨੂੰ ਸਹੂਲਤਾਂ ਚਾਹੀਦੀਆਂ ਨੇ, ਇਸ ਕਰਕੇ ਕੇਂਦਰ ਵਿੱਚ ਕਾਂਗਰਸ ਹੋਵੇ ਤਾਂ ਉਹ ਕਾਂਗਰਸ ਦੇ ਨਾਲ ਹੁੰਦੇ ਨੇ, ਆਪਣਾ ਬੀਜੇਪੀ ਹੋਊਗੀ ਉਹਨਾਂ ਨੇ ਬੀਜੇਪੀ ਦੇ ਨਾਲ ਹੋਣਾ, ਤੇ ਇਹ ਹਰਿਆਣੇ 'ਚ ਵੀ ਇਦਾਂ ਹੀ ਹੋਊਗਾ। ਚਲੋ ਸਿਆਸਤ ਤੇ ਡਾਕਟਰ ਸਾਹਿਬ ਆਪਣੀ ਥਾਂ ਆ, ਪਰ ਸਿੱਖ ਧਰਮ ਦੀਆਂ ਜਿਹੜੀਆਂ ਬੁਨਿਆਦੀ ਫਿਲਾਸਫੀ ਆ ਉਹ ਤੇ ਸਾਨੂੰ ਅਲਾਉ ਨਹੀਂ ਨਾ ਕਰਦੀ ਕਿ ਅਸੀਂ ਚਪੇਰ ਗੜੀਏ ਬਣੀਏ, ਕਦੀ ਇੱਧਰ ਜਾਈਏ ਕਦੀ ਉੱਧਰ ਜਾਈਏ। ਨਹੀਂ ਉਹ ਭਾਵੇਂ ਦਿੱਲੀ ਵਾਲੇ ਹੋਣ, ਭਾਵੇਂ ਹਰਿਆਣੇ ਵਾਲੇ ਹੋਣ, ਭਾਵੇਂ ਪੰਜਾਬ ਵਾਲੇ ਹੋਣ। ਇਹ ਉਦੋਂ ਹੀ ਹੋ ਸਕਦਾ ਜਦੋਂ ਜਿਹੜੀਆਂ ਚਾਹੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸ਼੍ਰੋਮਣੀ ਕਮੇਟੀ ਹੈ, ਜਦੋਂ ਇਹ ਜਿਹੜੇ ਪੋਲੀਟੀਕਲ ਦਲ ਨੇ, ਅਕਾਲੀ ਦਲ ਨੇ ਸੋ ਕਾਲਡ, ਉਹਨਾਂ ਤੋਂ ਆਜ਼ਾਦ ਹੋਊਗੀ। ਧਾਰਮਿਕ ਅਦਾਰੇ ਨੇ ਜਿਹੜੇ ਇਹ ਇੰਡੀਪੈਂਡੈਂਟ ਹੋਣੇ ਚਾਹੀਦੇ ਨੇ, ਇਹਨਾਂ ਦੇ ਪ੍ਰਬੰਧ ਵੀ ਇੰਡੀਪੈਂਡੈਂਟ ਹੋਣੇ ਚਾਹੀਦੇ ਨੇ। ਮੇਰਾ ਇਹ ਮੰਨਣਾ ਹੈ ਕਿ ਜਿਹੜਾ ਵੀ ਕੋਈ ਗੁਰਦੁਆਰਾ ਕਮੇਟੀਆਂ ਦੇ ਵਿੱਚ ਆਉਂਦਾ, ਪਰ ਭਾਵੇਂ ਉਹ ਹਰਿਆਣੇ ਦੀ ਮਤਲਬ ਕਮੇਟੀ ਬਣਨੀ ਹੈ, ਆਪਣਾ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਹੈ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜਾ ਕੋਈ ਮੈਂਬਰ ਬਣ ਕੇ ਆਉਂਦਾ ਉੱਥੇ, ਉਹਦਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਉਹਦਾ ਅਲਾਈਅੰਸ ਨਹੀਂ ਹੋਣਾ ਚਾਹੀਦਾ, ਉਹਨੂੰ ਅਲਾਉਡ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਸੀਟ ਤੇ ਖੜਾ ਹੋਊਗਾ, ਭਾਵੇਂ ਉਹ ਅਸੈਂਬਲੀ ਦੀ ਹੈ ਚਾਹੇ ਪਾਰਲੀਮੈਂਟ ਦੀ ਹੈ। ਡਾਕਟਰ ਸਾਹਿਬ ਇਨਡਾਇਰੈਕਟਲੀ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਗੁਰਦੁਆਰੇ ਦੇ ਪ੍ਰਬੰਧਾਂ ਦੇ ਵਿੱਚ ਧਾਰਮਿਕ ਸ਼ਖਸੀਅਤਾਂ ਦਾ ਹੋਣਾ ਜ਼ਰੂਰੀ ਆ, ਨਾ ਕਿ ਕੋਈ ਰਾਜਨੀਤਿਕ ਲੋਕ ਇਹਦਾ ਫਾਇਦਾ ਉਠਾਉਣ। ਸਪਿਰਿਚੁਅਲਿਟੀ ਨੂੰ ਜਿਹੜੀ ਹੈਗੀ ਉਹ ਪੋਲਿਟਿਕਸ ਦੀ ਜਾਗ ਨਹੀਂ ਲੱਗਣੀ ਚਾਹੀਦੀ, ਉਹਦੇ ਨਾਲ ਰਲਗੱਡ ਨਹੀਂ ਹੋਣਾ ਚਾਹੀਦਾ। ਇਹ ਉਦੋਂ ਤੱਕ ਇਹ ਸੰਭਵ ਨਹੀਂ ਹੈ ਜਦੋਂ ਤੱਕ ਅਸੀਂ ਇਹਨੂੰ ਅਲੱਗ ਨਹੀਂ ਕਰਦੇ। ਪਰ ਡਾਕਟਰ ਸਾਹਿਬ ਇਹਨਾਂ ਕੋਲ ਤੇ ਬਹੁਤ ਅੱਛਾ ਬਹਾਨਾ ਆ ਕਿ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀ ਸਾਨੂੰ ਦਿੱਤੀ, ਉਹ ਅਕਾਲ ਤਖਤ ਸਾਡਾ ਸਾਹਮਣੇ ਬਣਾਇਆ। ਹਰਗੋਬਿੰਦ ਸਾਹਿਬ ਵੋਟਾਂ ਲੈ ਕੇ ਉਹ ਤਾਂ ਨਹੀਂ ਸੀ ਲੜਦੇ, ਇਲੈਕਸ਼ਨ ਤਾਂ ਨਹੀਂ ਸੀ ਲੜਦੇ, ਇਲੈਕਸ਼ਨ ਬੰਦ ਹੋਣੀ ਚਾਹੀਦੀ ਹੈ। ਕੋਈ ਕਿਸੇ ਉਹ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਜਿਹਨੇ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ। ਨਹੀਂ, ਇਲੈਕਸ਼ਨ ਤੇ ਨਹੀਂ ਬੰਦ ਹੋਣੀ ਚਾਹੀਦੀ, ਮੇਰੇ ਖਿਆਲ ਇਲੈਕਸ਼ਨ ਤੇ ਹੋਵੇ, ਪਰ ਹੋਵੇ ਇਸ ਤਰੀਕੇ ਦੀ ਕਿ ਉਹਦੇ ਵਿੱਚ ਬੰਦੇ ਆਉਣ ਤੇ ਉਹਦਾ ਪੋਲਿਟਿਕਸ ਨਾਲ ਕੋਈ ਸੰਬੰਧ ਨਾ, ਕੋਈ ਪੋਲੀਟੀਸ਼ੀਅਨ ਉਹਦੇ ਵਿੱਚ ਇੰਟਰਫੀਅਰ ਨਾ ਕਰੇ। ਜੇ ਡਾਕਟਰ ਸਾਹਿਬ ਮਤਲਬ ਇਲੈਕਸ਼ਨ ਨਹੀਂ ਹੋਏਗੀ, ਡੈਮੋਕ੍ਰੈਟਿਕ ਵੇ ਨਾਲ ਆਪਾਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਚਲਾਓਗੇ, ਫਿਰ ਤੇ ਮੰਤ ਫੇਰ ਆ ਜਾਣਗੇ, ਜੇ ਮੰਤ ਹੀ ਇੱਕ ਸਮਝਾ ਕੇ ਬੈਠੇ ਸੀ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਅਸੈਂਬਲੀਆਂ ਦੇ ਮੈਂਬਰ ਨਾ ਬਣ ਸਕਣ, ਉਹ ਪੋਲਿਟਿਕਸ ਲਈ ਖੜੇ ਨਾ ਹੋ ਸਕਣ। ਜਿਹੜੇ ਗੁਰਦੁਆਰੇ ਦੇ ਫੰਡ ਨੇ, ਮੈਨੂੰ ਯਾਦ ਹੈ ਮਤਲਬ ਇਹ 1999 ਦੀ ਗੱਲ ਹੈ, ਨਹੀਂ 1999 ਤੋਂ ਪਹਿਲਾਂ ਦੀ ਗੱਲ ਹੈ, ਅਸੀਂ ਕੋਰਸ ਸ਼ੁਰੂ ਕੀਤਾ ਸੀਗਾ। ਫਿਰ ਤਾਂ ਮਤਲਬ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਕਿ ਉੱਥੇ ਕੇਂਦਰ ਖੋਲ੍ਹ ਲਿਆ ਸੀ ਐਸਪੀਨੋਲਾ ਦੇ ਵਿੱਚ ਪੰਜਾਬੀ ਸਿਖਾਉਣ ਦਾ। ਨਹੀਂ, ਪਹਿਲਾਂ ਸਾਡੇ ਲਿੰਗੁਇਸਟਿਕਸ ਡਿਪਾਰਟਮੈਂਟ ਦੇ ਵਿੱਚ ਜੋਗੀ ਵੱਲੋਂ ਅਮਰੀਕਨ ਸਿੱਖ 3 ਮਹੀਨੇ ਲਈ ਆਉਂਦੇ ਸੀ ਤੇ ਪੰਜਾਬੀ ਸਿੱਖਣ ਦਾ ਕੋਰਸ ਉਹ ਕਰਕੇ ਜਾਂਦੇ ਸੀ, ਕਿਉਂਕਿ ਲਿੰਗੁਇਸਟਿਕਸ ਵਾਲੇ ਆਪਣੇ ਉਸ ਵਿੱਚ ਟੈਕਨੀਕਲ ਵਿੱਚ ਪੜ੍ਹਾਉਂਦੇ ਆ ਉਹ। ਤੇ ਉਦੋਂ ਆਪਣਾ ਸ੍ਰੀ ਕੌਰ ਖਾਲਸਾ ਕੁਛ ਉਹਦਾ ਬੀਬੀ ਦਾ ਇੱਦਾਂ ਦਾ ਨਾਂ ਸੀ। ਅਸੀਂ ਗੱਡੀ ਦੇ ਵਿੱਚ ਆ ਰਹੇ ਸੀ, ਉਹਨੇ ਕਿਹਾ ਡਾਕਟਰ ਬਲਕਾਰ ਸਿੰਘ ਜੀ ਚੌੜਾ ਸਾਹਿਬ ਨੂੰ ਸੁਨੇਹਾ ਦਿਓ ਸਾਡੇ ਵੱਲੋਂ ਕਿ ਧਰਮ ਦਾ ਪੈਸਾ ਜਿਹੜਾ ਧਰਮ ਤੇ ਹੀ ਖਰਚ ਹੋਣਾ ਚਾਹੀਦਾ, ਉਹ ਮਤਲਬ ਪੋਲਿਟਿਕਸ ਤੇ ਨਹੀਂ ਖਰਚ ਹੋਣਾ ਚਾਹੀਦਾ। ਗੁਰਦੁਆਰਿਆਂ ਦੀ ਮਨੀਆਂ ਜਿਹੜੀ ਉਹ ਅਕਾਲੀ ਦਲ ਦੀਆਂ ਇਲੈਕਸ਼ਨਾਂ ਲੜਨ ਲਈ ਕਿਉਂ ਖਰਚ ਹੋਵੇ, ਉਹਨੂੰ ਅਸੀਂ ਗਰੀਬ ਬੱਚਿਆਂ ਨੂੰ ਉੱਤੇ ਚੱਕਣ ਲਈ ਕਰੀਏ, ਅਸੀਂ ਲੋਕਾਂ ਨੂੰ ਐਜੂਕੇਸ਼ਨ ਦੇਈਏ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਧਰਮ ਪ੍ਰਚਾਰ ਕਰੀਏ, ਅਸੀਂ ਉਸ ਪਾਸੇ ਉਸ ਪੈਸੇ ਨੂੰ ਖਰਚੀਏ, ਕੋਈ ਉਹਨਾਂ ਨਾਲ ਕਿਤਾਬਾਂ ਛਾਪੀਏ, ਕੋਈ ਟਰੈਕਟ ਮਤਲਬ ਛਾਪੀਏ। ਆਪਣੇ ਸਕੂਲ ਐਸਜੀਪੀਸੀ ਦੇ ਸਕੂਲਾਂ ਦੀ ਜਿਹੜੀ ਹੈਗੀ ਹੈ ਫੀਸ ਹੈ ਉਹ ਦੂਜੇ ਪਬਲਿਕ ਸਕੂਲਾਂ ਤੋਂ ਵੱਧ ਹੀ ਹੋਣੀ ਹੈ, ਘੱਟ ਨਹੀਂ ਹੈਗੀ। ਤੇ ਕਿਉਂ ਨਾ ਐਸਜੀਪੀਸੀ ਜਿਹੜਾ ਇੰਨੀ ਮਨੀ ਹੁੰਦੀ ਹੈ ਉਹਦੇ ਨਾਲ ਮਤਲਬ ਫ੍ਰੀ ਐਜੂਕੇਸ਼ਨ ਦੇਵੇ ਗਰੀਬ ਬੱਚਿਆਂ ਨੂੰ। ਬਿਲਕੁਲ। ਫਿਰ ਜਿਹੜਾ ਹੁਣ ਆਪਾਂ ਕਹਿੰਦੇ ਆ ਧਰਮ ਪਰਿਵਰਤਨ, ਪੈਸਾ ਧਰਮ ਤੇ ਖਰਚ ਹੋਣਾ ਚਾਹੀਦਾ, ਪੋਲਿਟਿਕਸ ਤੇ ਨਹੀਂ ਖਰਚ ਹੋਣਾ ਚਾਹੀਦਾ। ਜਦੋਂ ਪੋਲਿਟਿਕਸ ਤੋਂ ਅਲੱਗ ਹੋ ਜੂ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਆਪਣੇ ਆਪ ਸੂਤ ਹੋ ਜਾਣਗੀਆਂ। ਅੱਛਾ ਡਾਕਟਰ ਸਾਹਿਬ, ਹੁਣ ਇਹ ਹੈ ਕਿ ਇਹਦੇ ਉੱਤੇ ਸਭ ਤੋਂ ਜ਼ਿਆਦਾ ਤਿੱਖਾ ਸੁਰ ਜਿਹੜੀ ਆ ਉਹ ਹੈ ਹੀ ਆ ਸੁਖਬੀਰ ਬਾਦਲ ਹੋਰਾਂ ਦੀ, ਜਦੋਂ ਕਿ ਚਾਹੀਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ, ਹਾਲਾਂਕਿ ਉਹ ਵੀ ਉਹਨਾਂ ਦੀ ਪਾਕਟ ਚੋਂ ਹੀ ਨਿਕਲੇ ਹੋਏ ਬੰਦੇ ਹੁੰਦੇ ਆ, ਤੇ ਉਹ ਅੱਗੇ ਆਉਂਦੇ ਤੇ ਇਹਦੇ ਬਾਰੇ ਜਿਹੜਾ ਪੂਰੀ ਸਿੱਖ ਕੌਮ ਹੈ ਉਹਨੂੰ ਦੱਸਦੇ ਕਿ ਇਹਦੇ ਪਿੱਛੇ ਕੀ ਕਾਰਨ ਆ। ਉਹਨਾਂ ਨੇ ਸਿਰਫ ਇਹ ਕਿਹਾ ਕਿ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ ਇਹਦੇ ਉੱਤੇ। ਹਾਂਜੀ ਹਾਂ, ਮੈਂ ਬਿਆਨ ਪੜ੍ਹ ਕੇ ਆਈ ਹਾਂ, ਧਾਮੀ ਦਾ ਬਿਆਨ। ਧਾਮੀਰਾਂ ਨੇ ਕਿਹਾ ਕਿ ਰਿਵਿਊ ਪਟੀਸ਼ਨ ਪਾਵਾਂਗੇ, ਤੇ ਰਿਵਿਊ ਪਟੀਸ਼ਨ ਦਾ ਕਹਿੰਦੇ ਆ ਇਦਾਂ ਹੁੰਦਾ ਆ ਕਿ ਜਿਹੜੇ ਬੈਂਚ ਨੇ ਡਿਸੀਜਨ ਕੀਤਾ ਉਸੇ ਬੈਂਚ ਕੋਲ ਦੁਬਾਰਾ ਰਿਵਿਊ ਲਈ ਜਾਂਦਾ, ਉਹਦੇ ਲਈ ਨਵਾਂ ਬੈਂਚ ਨਹੀਂ ਬਣਦਾ, ਕਦੀ ਵੀ ਨਹੀਂ ਬਣਦਾ। ਤੇ ਰੈਵਨਿਊ ਉਹ ਜਿਹੜਾ ਬੈਂਚ ਆ ਆਪਣੇ ਕੀਤੇ ਫੈਸਲੇ ਨੂੰ ਪਲਟ ਦੇਵੇ, ਉਹ ਬਹੁਤ ਸੰਭਾਵਨਾ ਘੱਟ ਨੇ, ਉਹ 0.005% ਵੀ ਇਹਦੀ ਸੰਭਾਵਨਾ ਨਹੀਂ ਹੁੰਦੀ। ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਣਾ ਵੈਸੇ ਹੀ ਔਖਾ ਹੋ ਜਾਂਦਾ ਹੈ ਨਾ। ਰਿਵਿਊ ਪਟੀਸ਼ਨ ਦਾ ਤਾਂ ਇੰਨਾ ਹੀ ਵੀ ਕਹਿਣਗੇ ਨਹੀਂ ਜੀ ਅਸੀਂ ਆਹ ਤੱਥ ਫਾਈਂਡ ਆਊਟ ਕੀਤੇ ਨੇ, ਠੀਕ ਹੈ, ਇਹ ਫੈਸਲਾ ਹੋਣਾ ਚਾਹੀਦਾ ਸੀ, ਹੈ ਨਾ। ਵੱਧ ਤੋਂ ਵੱਧ ਕੋਈ ਇੱਕ ਅੱਧਾ ਕੰਸੈਸ਼ਨ ਮਾੜਾ ਮੋਟਾ ਵਿੱਚ ਦੇ ਦੇਣਗੇ ਵੀ ਤੁਹਾਡਾ ਮੈਂਬਰ ਵਿੱਚ ਆ ਸਕਦਾ ਜਾਂ ਕੁਛ ਹੋਰ ਹੈ।
ਇਹਦੇ ਨਾਲ ਇਹ ਮਸਲਾ ਸੋਲਵ ਨਹੀਂ ਹੋਣਾ ਹੈਗਾ, ਇਹ ਨਹੀਂ ਸੋਲਵ ਹੋਣਾ। ਇੱਕ ਹੋਰ ਵੀ ਹੁੰਦਾ ਕੋਈ, ਮੈਂ ਉਹਨੂੰ ਪਤਾ ਨਹੀਂ ਕੀ ਕਹਿੰਦੇ ਆ ਆਪਣੇ ਵਕੀਲਾਂ ਦੀ ਭਾਸ਼ਾ ਦੇ ਵਿੱਚ, ਜੇ ਉਹ ਰਿਵਿਊ ਪਟੀਸ਼ਨ 'ਚ ਵੀ ਨਾ ਹੋਵੇ ਤਾਂ ਉਹ 'ਚ ਵੀ ਜਾ ਸਕਦੇ ਆ, ਪਰ ਮਤਲਬ ਹੁਣ ਇੱਥੋਂ ਪਿੱਛੇ ਮੁੜਾਉਣਾ ਬਹੁਤ ਮੁਸ਼ਕਲ ਲੱਗਦਾ। ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਵੀ ਇੰਨੀ ਵੱਡੀ ਘਾਲਣਾ, ਕਿੱਡੇ ਕੁਰਬਾਨੀਆਂ ਆਪਾਂ ਕੀਤੀਆਂ ਮੰਨਤਾਂ ਕੋ ਗੁਰਦੁਆਰਾ ਪ੍ਰਬੰਧ ਇਸ ਤਰ੍ਹਾਂ ਦਾ ਬਣਾਉਣ ਵਾਸਤੇ, ਤੇ ਐਡੀ ਮਾਨਾਮੱਤੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਸੀ ਉਹਦਾ ਸੱਤਿਆਨਾਸ਼ ਇਹ ਰਾਜਨੀਤੀਵਾਨਾਂ ਨੇ ਕਰਤਾ, ਤੇ ਹੁਣ ਆਪਣੇ ਹੱਥਾਂ ਨੂੰ ਦੰਦੀਆਂ ਵੱਢਦੇ ਆ ਕਿ ਸਾਡੇ ਕੋਲੋਂ ਇਹ ਤਾਕਤ ਖੋਹ ਲਈ ਗਈ। ਕਿੱਥੇ ਤੇ ਅਸੀਂ ਸਾਰੇ ਗੁਰਦੁਆਰਿਆਂ ਦਾ, ਹਿੰਦੁਸਤਾਨ ਦਿਆਂ ਦਾ ਪ੍ਰਬੰਧ ਮੰਗ ਰਹੇ ਸੀਗੇ। ਦੇਖੋ ਜਦੋਂ ਪਾਰਟੀਸ਼ਨ ਹੋਈ 47 ਵੇਲੇ ਆਲ ਇੰਡੀਆ ਮਤਲਬ ਗੁਰਦੁਆਰਾ ਐਕਟ ਸੀ, ਉਹਦੇ ਵਾਸਤੇ ਸਟਰਗਲ ਕਰਨੀ ਚਾਹੀਦੀ। ਨਹੀਂ, ਤੁਸੀਂ ਤੁਹਾਡੀ ਗੱਲ ਵਿਚਾਲੇ ਹੈ, ਮੈਨੂੰ ਗੱਲ ਯਾਦ ਆ ਗਈ। ਤੁਹਾਨੂੰ ਯਾਦ ਹੋਊਗਾ ਵੀ ਪਹਿਲਾਂ ਉੱਥੇ ਜਿਹੜੀ ਹੈਗੀ ਆ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਆਲਮੋਸਟ SGPC ਦੇ ਅੰਡਰ ਵਰਗੀ ਗੱਲ ਸੀ, ਕਿਉਂਕਿ ਇਹ ਜਾਂਦੇ ਸੀ, ਪ੍ਰਬੰਧ ਕਰਦੇ ਸੀ, ਪਰ ਆਉਣ ਵੇਲੇ ਇਹ ਸਾਰਾ ਜਿੰਨਾ ਉੱਤੇ ਚੜਾਵਾ ਹੁੰਦਾ ਸੀ ਇਕੱਠਾ ਕਰਕੇ ਨਾਲ ਲੈ ਗੋਲਕ ਇਕੱਠੀ ਕਰਕੇ ਲੈ ਆਉਂਦੇ, ਗੋਲਕ ਇਕੱਠੀ ਕਰਕੇ ਲੈ ਆਉਂਦੇ ਸੀ। ਇਟ ਮੀਨਸ ਵੀ ਤੁਸੀਂ ਗੋਲਕ ਪਿੱਛੇ ਤੁਸੀਂ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ, ਤੇ ਉਹਨਾਂ ਨੇ ਆਪਣੀ ਕਮੇਟੀ ਅਲੱਗ ਕਰ ਲਈ। ਹੁਣ ਮਤਲਬ ਉਹ ਆਪਣੇ ਆਪ ਦੇ ਉੱਤੇ ਸਾਰਾ ਕੁਝ ਕਰਦੇ ਨੇ। ਇਹ ਗਏ ਜਾਂਦੇ ਲੱਗੇ ਨਾ ਉਹਦੇ ਵਿੱਚੋਂ, ਬਿਲਕੁਲ ਇਹ ਆਪਣੀ ਪੋਲਿਟਿਕਸ ਕਰਕੇ ਜਾਂਦੇ ਲੱਗੇ, ਆਪਣੇ ਲਾਲਚ ਕਰਕੇ ਜਾਂਦੇ ਲੱਗੇ। ਤੇ ਹੁਣ ਮਤਲਬ ਨਾਨਕਸ਼ਾਹੀ ਕੈਲੰਡਰ ਇਹਨਾਂ ਨੇ ਹਟਾਤਾ, ਉਹ ਸਾਰੇ ਉੱਥੇ ਜਿਹੜੇ ਫੰਕਸ਼ਨ ਚੱਲਦੇ ਨੇ ਜਾਂ ਦਿਹਾੜੇ ਅਸੀਂ ਮਨਾਉਂਦੇ ਆ, ਉਹ ਸਾਰੇ ਨਾਨਕਸ਼ਾਹੀ ਨਾਨਕਸ਼ਾਹੀ। ਡਾਕਟਰ ਸਾਹਿਬ ਤੁਸੀਂ ਨਾਨਕਸ਼ਾਹੀ ਦਾ ਜ਼ਿਕਰ ਕੀਤਾ, ਤੇ ਸਾਡੇ 'ਚ ਨਾਨਕਸ਼ਾਹੀ ਕੈਲੰਡਰ ਦੇ ਜਿਹੜੇ ਹੈਗੇ ਸੀਗੇ ਬਣਾਉਣ ਵਾਲੇ, ਉਹ ਵੀ ਨਹੀਂ ਰਹੇ ਪੁਰੇਵਾਲ ਰਹੀ। ਪੁਰੇਵਾਲ ਕਦੋਂ? ਪੂਰੇ 2-3 ਦਿਨ ਪਹਿਲਾਂ ਦੀ ਖਬਰ ਹੈ ਜੀ। ਮੈਨੂੰ ਪਤਾ ਨਹੀਂ ਲੱਗਿਆ ਹੈਗਾ, ਰਾਤ ਫਿਰ ਗੱਲ ਵੀ ਨਹੀਂ। ਪੁਰੇਵਾਲ ਹਰਾਂ ਦੀ ਨਹੀਂ ਰਹੇ ਸਾਡੇ ਵਿੱਚ, ਉਹਨਾਂ ਦੇ ਕਾਫੀ ਹੋ ਗਈ, ਕਾਫੀ ਉਮਰ ਸੀ ਉਹਨਾਂ ਦੇ, ਜੀਂਦੇ ਜੀ ਅਗਰ ਇਹ ਅਸੀਂ ਦੁਬਾਰਾ ਲਾਗੂ ਕਰਾ ਪਾਉਂਦੇ ਤੇ ਬੜੀ ਵੱਡੀ ਗੱਲ ਸੀ। ਉਹ ਬੰਦਾ ਮਤਲਬ ਇੰਨੀ ਉਹਨੇ ਪੂਰੇ 20-25 ਸਾਲ ਉਹਨੇ ਮਿਹਨਤ ਕਰਕੇ ਇੱਥੋਂ ਤੱਕ ਕਿ ਈਰਾਨ ਵਾਲਿਆਂ ਨੇ ਆਪਣੇ ਕੈਲੰਡਰ ਉਹਦੇ ਕੋਲੋਂ ਪੁਰੇਵਾਲ ਸਾਹਿਬ ਕੋਲੋਂ ਬਣਵਾਏ ਸੀਗੇ, ਹੈ ਨਾ, ਤੇ ਇੰਨੀ ਮਿਹਨਤ ਦੇ ਨਾਲ ਉਹਨੇ ਕੈਲੰਡਰ ਬਣਾਇਆ। ਵੀ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਆਹ ਕਰੈਕਸ਼ਨ ਕੀਤੀ ਜਾ ਸਕਦੀ, ਉਹ ਤੁਸੀਂ ਕਰੋ, ਸਾਰਾ ਕੈਲੰਡਰ ਹੀ ਉਲਟਾ। ਉਹ ਬੰਦਾ ਤਰਲੇ ਲੈ ਮਤਲਬ ਮਰ ਗਿਆ ਵੀ ਇਹਨਾਂ ਦੇ ਕੋਲ ਜਾਂਦਾ ਰਿਹਾ ਬਹੁਤ, ਉਹਨੇ ਕਿਹਾ ਵੀ ਡਿਸਕਸ਼ਨ ਕਰ ਲਈ, ਆਹ ਕਰ ਲਈਏ। ਇਹ ਸੁਖਬੀਰ ਬਾਦਲ ਹੋਣਾ ਕਰਕੇ, ਕਿਉਂਕਿ ਉਹਨੂੰ ਇਹਦੇ ਨਾਲ BJP ਨਾਲ ਸਾਂਝ ਸੀਗੀ, RSS ਤੋਂ ਬਾਹਰ ਚੱਲ ਨਹੀਂ ਸਕਦੇ, ਡੇਰਿਆਂ ਤੋਂ ਵੋਟਾਂ ਲੈਣੀਆਂ ਨੇ ਇਹਨਾਂ ਨੇ, ਤੇ ਮੁੜ ਕੇ ਇਹਨਾਂ ਨੇ ਫਿਰ ਉਹੀ ਮਤਲਬ ਵਿਕਰਮੀ ਕੈਲੰਡਰ ਹੈ ਜਿਹੜਾ ਉਹ ਲਾਗੂ ਕਰ ਦਿੱਤਾ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਸਾਰੀ ਪੋਲਿਟਿਕਸ ਹੈ। ਇਹ ਵੋਟ ਪੋਲਿਟਿਕਸ ਨਾਲ ਚੱਲਦੇ ਨੇ। ਜਦੋਂ ਤੱਕ ਇਹ ਉਹ ਜਿਵੇਂ ਕਹਿੰਦੇ ਆ ਵੀ ਬਾਦਲਾਂ ਤੋਂ ਆਜ਼ਾਦ ਕਰਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਜ਼ਰੂਰੀ ਹੈ, ਪੋਲਿਟਿਕਸ ਤੋਂ ਆਜ਼ਾਦ ਕਰਾਉਣਾ ਬਹੁਤ ਜ਼ਰੂਰੀ ਹੈ। ਗੁਰਦੁਆਰਿਆਂ ਦਾ ਪ੍ਰਬੰਧ ਹੈ ਜਿਹੜਾ ਉਹ ਇੰਡੀਪੈਂਡੈਂਟ ਹੋਣਾ ਚਾਹੀਦਾ, ਪੋਲਿਟਿਕਸ ਦਾ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਦੀ ਕੋਈ, ਕਿਸੇ ਵੀ ਦਲ ਦੀ, ਕੋਈ ਵੀ ਪੋਲੀਟੀਕਲ ਦਲ ਹੈ, ਉਹਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਇਹਨੂੰ ਨਿਰੋਧ ਧਾਰਮਿਕ ਮਾਮਲਿਆਂ ਨੂੰ ਪਾਸੇ ਹੀ ਰੱਖਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਹੁਣ ਅੱਗੇ ਇਹਦੇ ਤੋਂ ਕੁਝ ਲੋਕ ਪੋਜ਼ਿਟਿਵ ਸੇਧ ਵੀ ਲੈ ਰਹੇ। ਕੁਝ ਲੋਕਾਂ ਦਾ ਇਹ ਮੰਨਣਾ, ਕੁਝ ਵਿਦਵਾਨਾਂ ਦਾ ਮੰਨਣਾ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹ ਤੇ ਪਲਟਿਆ ਨਹੀਂ ਜਾਣਾ, ਪਰ ਇਹਦੇ ਵਿੱਚੋਂ ਕੁਝ ਇੱਕ ਚੀਜ਼ਾਂ ਚੰਗੀਆਂ ਵੀ ਆਪਾਂ ਪ੍ਰਾਪਤ ਕਰ ਸਕਦੇ ਹਾਂ। ਉਹ ਇਹ ਕਿ ਜਿਹੜੀਆਂ ਸਟੇਟਾਂ ਨੇ, ਉਹਦਾ ਜਿਹੜਾ ਫੈਡਰਲਿਜ਼ਮ ਆ, ਉਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਕਿ ਕੁਝ ਕਾਨੂੰਨ ਆਪਣੇ ਉਹ ਚੰਗੇ ਢੰਗ ਨਾਲ ਬਣਾ ਸਕਣ। ਇਕੱਲਾ ਸਿਰਫ ਗੁਰਦੁਆਰਿਆਂ ਦਾ ਹੀ ਨਹੀਂ, ਜੇ ਸੁਪਰੀਮ ਕੋਰਟ ਇਹ ਮੰਨਦੀ ਆ ਕਿ ਜਿਹੜੇ ਫੈਡਰਲ ਢਾਂਚੇ 'ਚ ਜਿਹੜੇ ਸਟੇਟ ਆ ਉਹਦੇ ਕੋਈ ਪਾਵਰ ਨੇ, ਤੇ ਫਿਰ ਸਾਡੇ ਪਾਣੀਆਂ ਦੇ ਮਸਲਿਆਂ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ, ਸਾਡੇ ਹੋਰ ਇਲਾਕਿਆਂ ਦੇ ਹੋਰ ਚੀਜ਼ਾਂ ਦੇ ਉੱਤੇ ਸਟੇਟ ਦਾ ਅਧਿਕਾਰ ਜਿਹੜਾ ਉਹ ਇੱਕ ਦਾ ਪ੍ਰੂਫ ਮਿਲਦਾ ਕਿ ਸਟੇਟਾਂ ਕੋਲ ਇਹ ਅਧਿਕਾਰ ਹੋਣੇ ਚਾਹੀਦੇ ਆ। ਇਹਨੂੰ ਪ੍ਰੋਪਰ ਢੰਗ ਨਾਲ ਕੀ ਆਪਾਂ ਵਰਤ ਸਕਦੇ ਇਸ ਮੂਵ ਨੂੰ? ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਉਹਦੇ ਵਿੱਚ ਫੈਡਰਲ ਢਾਂਚਾ, ਇਹ ਬਿਲਕੁਲ ਸਹੀ ਗੱਲ ਹੈ। ਇਹਨੂੰ ਉਸ ਢੰਗ ਦੇ ਨਾਲ ਕਾਇਮ ਰੱਖਿਆ ਜਾ ਸਕਦਾ ਹੈ। ਦੇਖੋ, ਯੂਨਿਟੀ ਸਿਰਫ ਇਹੀ ਤਾਂ ਨਹੀਂ ਹੈਗੀ ਜੇ ਤੁਸੀਂ ਗੁਰਦੁਆਰਿਆਂ ਦੇ ਕਾਬਜ ਹੋ ਤੁਹਾਡੇ 'ਚ ਤਾਂ ਹੋਣੀ ਹੈ, ਫਿਰ ਪੰਥਕ ਯੂਨਿਟੀ ਤਾਂ ਵੈਸੇ ਹੀ ਹੋਣੀ ਚਾਹੀਦੀ ਹੈ। ਕਿਉਂ ਇੱਕ ਦੂਸਰੇ ਦੇ ਤਾਲਮੇਲ ਨਾਲ ਨਹੀਂ ਚੱਲ ਸਕਦੇ? ਕਿਉਂ ਨਹੀਂ ਅਸੀਂ ਆਪਣੇ ਕਾਨੂੰਨ, ਇਹ ਇੱਕ ਤੁਹਾਡੇ ਕੋਲ ਇੱਕ ਮਤਲਬ ਬੇਸਿਸ ਬਣ ਗਿਆ, ਕਿਉਂਕਿ ਜਦੋਂ ਕੋਈ ਵੀ ਫੈਸਲਾ ਹੁੰਦਾ ਹੈ ਉਹਦੇ ਬੇਸਿਸ ਦੇ ਉੱਤੇ, ਉਹਦੇ ਆਧਾਰ ਦੇ ਉੱਤੇ ਅੱਗੋਂ ਵਕੀਲ ਲੜਦੇ ਨੇ ਤੇ ਜਾਂ ਜੱਜ ਫੈਸਲੇ ਦਿੰਦੇ ਨੇ ਪਹਿਲੇ ਫੈਸਲਿਆਂ ਨੂੰ ਉਹਦੇ ਵਿੱਚ ਰੱਖ ਕੇ, ਤੇ ਕੱਲ ਨੂੰ ਇਹ ਕੋਈ ਕਾਨੂੰਨ ਬਣਾਉਣਗੇ ਫਿਰ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅੱਛਾ, ਜਿਹੜਾ ਹੁਣ ਸਿੱਖ ਗੁਰਦੁਆਰਾ ਐਕਟ ਆ, ਉਹਦੇ ਅੰਡਰ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਉਹ ਕੇਂਦਰ ਸਰਕਾਰ ਨੇ ਕਰਾਉਣੀਆਂ। ਅੱਛਾ, ਬਾਦਲਾਂ ਦਾ ਇੰਟਰਸਟ ਲੰਬੇ ਸਮੇਂ ਤੋਂ ਇਹ ਸੀ ਕਿ ਸਾਡੀ ਉੱਥੇ ਮੋਨੋਪਲੀ ਬਣੀ ਰਵੇ, ਤੇ ਉਹ ਚੋਣਾਂ 11 ਸਾਲ ਹੋ ਗਏ। ਚੋਣਾਂ ਇਹਨਾਂ ਨੇ ਪੋਸਟਪੋਨ ਕਰਾਈਆਂ ਨੇ ਕਿਉਂਕਿ SGP ਉਹਦੇ BJP ਨਾਲ ਇਹਨਾਂ ਦੀ ਸਾਂਝ ਸੀਗੀ ਜੀ। ਇਹਨਾਂ ਨੇ ਨਹੀਂ ਹੋਣ ਦਿੱਤੀਆਂ ਚੋਣਾਂ ਵੀ, ਤਾਂ ਕਿਉਂਕਿ ਇਹਨਾਂ ਨੂੰ ਪਤਾ ਕਿ ਸਾਨੂੰ ਲਾਹ ਦੇਣਾ ਲੋਕਾਂ ਨੇ, ਪਤਾ ਇਹਨਾਂ ਨੂੰ। ਫਿਰ ਦੇਖੋ ਡਬਲ ਕਾਨੂੰਨ ਲਈ ਫਿਰਦੇ ਨੇ, ਹੈ ਨਾ। ਆਪਣਾ ਮਤਲਬ ਜਦੋਂ ਸਟੇਟ ਦਾ ਇੱਕ ਕਹਿ ਲਓ ਕੰਟਰੀ ਦਾ ਕਾਨੂੰਨ ਹੈ ਕਿ
ਧਾਰਮਿਕ ਜਿਹੜੇ ਹੈਗੇ ਆ ਬੰਦੇ ਆ ਜਾਂ ਧਰਮ ਦੇ ਕਿਸੇ ਉਹਦੇ ਨਾਲ ਜੁੜੇ ਹੋਏ ਨੇ, ਉਹ ਇਲੈਕਸ਼ਨਾਂ ਲਈ ਜਿਹੜੀ ਉਹ ਅਸੈਂਬਲੀ ਜਾਂ ਪਾਰਲੀਮੈਂਟ ਵਾਸਤੇ ਨਹੀਂ, ਇਹਨਾਂ ਨੇ 2 ਕਾਨੂੰਨ ਰੱਖੇ ਹੋਏ ਨੇ, ਵਿੱਚੇ ਅਕਾਲੀ ਦਲ ਦੇ ਮੈਂਬਰ ਵੀ ਨੇ, ਵਿੱਚੇ SGPC ਦੇ ਵੀ, ਉਹਦਾ ਇੱਕ ਤਰੀਕਾ ਭੁਗਤ ਰਹੇ ਨੇ ਇਹ। ਉਸੋ ਡਾਕਟਰ ਸਾਹਿਬ ਹੁਣ ਲੋਕ ਇਹ ਸੋਚ ਰਹੇ ਆ ਕਿ ਜਿਹੜੀਆਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਕਮਜ਼ੋਰੀਆਂ, ਜਿਹੜੀਆਂ ਘਾਟਾਂ ਕਰਕੇ ਸਾਨੂੰ ਇਹ ਦਿਨ ਵੇਖਣੇ ਪਏ ਆ, ਹੁਣ ਪੰਜਾਬ ਦੇ ਸਿੱਖਾਂ ਨੂੰ ਪੂਰਾ ਤਰ੍ਹਾਂ ਇੱਕ ਤਰ੍ਹਾਂ ਪ੍ਰੈਸ਼ਰਾਈਜ਼ ਕਰਕੇ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਕੁਝ ਇੱਕ ਰਾਜਨੀਤਿਕ ਘਰਾਣਿਆਂ ਦੇ ਪੰਜੇ ਚੋਂ ਮੁਕਤ ਕਰਾਉਣੀ ਚਾਹੀਦੀ ਆ ਤੇ ਉਹਦੇ ਲਈ ਸੰਘਰਸ਼ ਕਰਕੇ ਤੇ ਉਹਨੂੰ ਇੱਕ ਤਰ੍ਹਾਂ ਨਾਲ ਉਸ ਤਰ੍ਹਾਂ ਦੀ ਹੀ ਕਮੇਟੀ ਬਣਾਇਆ ਜਾ ਸਕੇ ਕਿ ਉਹਨੂੰ ਸ਼੍ਰੋਮਣੀ ਕਮੇਟੀ ਕਹਿਣ ਦਾ ਆਪਾਂ ਜਿਹੜਾ ਅਧਿਕਾਰ ਆ ਉਹ ਰੱਖ ਸਕੀਏ। ਪੰਜਾਬ ਵਿੱਚ ਅੱਜ ਵੀ ਬਹੁਤ ਸਾਰੇ ਇਤਿਹਾਸਕ ਮਹੱਤਤਾ ਵਾਲੇ ਗੁਰਦੁਆਰਾ ਸਾਹਿਬਾਨ ਨੇ ਤੇ ਬਹੁਤ ਸਾਰੇ ਅੱਜ ਕੱਲ੍ਹ ਇੰਸਟੀਚਿਊਟ ਵੀ ਬਣਾਏ ਹੋਏ ਨੇ ਜਿਨ੍ਹਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਲੋੜ ਹੈ। ਜਿੱਥੇ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਕਿਸੇ ਗਰੀਬ ਗੁਰਬੇ ਦੀ ਕੋਈ ਉੱਥੇ ਪੁਕਾਰ ਨਹੀਂ ਸੁਣਦਾ, ਉੱਥੇ ਉਸੇ ਤਰ੍ਹਾਂ ਹੀ ਫੀਸਾਂ ਨੇ ਤੇ ਫਿਰ ਅਸੀਂ ਹਾਂਜੀ ਤੇ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੁਣ ਕਿਉਂਕਿ ਇਹ ਤੇ ਜੋ ਕਾਨੂੰਨ ਬਣ ਗਿਆ ਇਹ ਤੋਂ ਬਾਹਰ ਜਾਣਾ ਸ਼ਾਇਦ ਸੰਭਵ ਨਹੀਂ ਆ, ਅਨਲੈਸ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਗੌਰਮੈਂਟ ਦੀ ਇਹੋ ਜਿਹੀ ਇੰਟਰਫੀਰੈਂਸ ਨਹੀਂ ਹੋ ਜਾਂਦੀ ਕਿ ਉਹ ਕੋਈ ਕਾਨੂੰਨ ਹੀ ਨਵਾਂ ਬਣਾ ਦੇ ਜਾਂ ਗੁਰਦੁਆਰਾ ਐਕਟ ਬਣਾ ਦੇ, ਜਿਹੜਾ ਸੰਭਾਵਨਾ ਨਹੀਂ। ਕਿਉਂਕਿ ਹੁਣ ਨਾ ਕੇਂਦਰ ਦੀ ਸਰਕਾਰ ਚਾਹੁੰਦੀ ਆ ਕਿ ਅਕਾਲੀ ਦਲ ਮੁੜ ਕੇ ਆਪਣੀ ਜ਼ਮੀਨ ਹਾਸਲ ਕਰ ਸਕੇ, ਪੰਜਾਬ ਦੇ ਲੋਕ ਉਹਨਾਂ ਨੂੰ ਰੱਦ ਕਰ ਚੁੱਕੇ ਆ, ਉਹਨਾਂ ਪਿੱਛੇ ਕੋਈ ਰਾਜਨੀਤਿਕ ਤਾਕਤ ਵੀ ਨਹੀਂ ਹੈ ਇਸ ਵੇਲੇ ਤੇ ਨਾ ਹੀ ਪੰਥਕ ਜਿਹੜੇ ਲੋਕ ਸੀ, ਜਿਹੜੇ ਲੋਕੀ ਪੰਥ ਦੇ ਹਿੱਤ ਦੀ ਗੱਲ ਕਰਦੇ ਸੀ, ਉਹ ਸੁਖਬੀਰ ਬਾਦਲ ਦੀ ਪਾਲਿਸੀ ਨੂੰ ਪਸੰਦ ਕਰਦੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਕੀ ਹੋ ਸਕਦਾ ਹੈ ਕਿ ਗੁਰਦੁਆਰਾ ਪ੍ਰਬੰਧ ਜਿਹੜਾ ਸੁਚਾਰੂ ਢੰਗ ਨਾਲ ਚੱਲੇ? ਤੁਸੀਂ ਕੀ ਸਲਾਹ ਦਿੰਦੇ ਹੋ, ਕਿੱਦਾਂ ਦਾ ਹੋਵੇ? ਦੇਖੋ ਇਹਦੇ ਲਈ ਮੇਰਾ ਤਾਂ ਫਿਰ ਉਹੋ ਹੀ ਹੈ ਕਿ ਜਿਵੇਂ ਸਰਬੱਤ ਖਾਲਸਾ ਹੁੰਦਾ ਜਾਂ ਸਿਰ ਜੋੜ ਕੇ ਬੈਠਦੇ ਆ, ਉਸ ਤਰ੍ਹਾਂ ਨਾਲ ਸਾਨੂੰ ਬੈਠਣਾ ਚਾਹੀਦਾ ਤੇ ਇਹ ਜਿਹੜੇ ਹੈਗੇ ਨੇ ਪੋਲੀਟੀਕਲ ਦਲ ਨੇ ਜਾਂ ਪੋਲੀਟਿਕਸ ਹੈ, ਇਹਨੂੰ ਗੁਰਦੁਆਰਿਆਂ ਤੋਂ ਬਾਹਰ ਕਰਨਾ ਚਾਹੀਦਾ। ਆਮ ਸੰਗਤ ਹੈ ਜਿਹੜੀ ਉਹਨੂੰ ਸਿਰ ਜੋੜ ਕੇ ਇਹਦੇ ਲਈ ਕੋਸ਼ਿਸ਼, ਜਿਵੇਂ ਹੁਣ ਮੰਨ ਲਓ ਸਰਕਾਰ ਵੀ ਤਾਂ ਬਦਲ ਦਿੱਤੀ ਹੈ, ਪੋਲੀਟਿਕਸ ਵਿੱਚੋਂ ਵੀ ਤਾਂ ਬਾਹਰ ਕੀਤੇ ਨੇ, ਇਹ ਗੁਰਦੁਆਰਿਆਂ ਦੇ ਪ੍ਰਬੰਧ ਵਿੱਚੋਂ ਵੀ ਬਾਹਰ ਕਰਨੇ ਕੋਈ ਔਖੇ ਨਹੀਂ ਹੈਗੇ। ਪਰ ਡਾਕਟਰ ਸਾਹਿਬ ਬਹੁਤ ਸਾਰੀਆਂ ਤਰ੍ਹਾਂ ਨੇ, ਜਿੱਦਾਂ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਗਰਮ ਦਲੀਏ ਨੇ ਸ਼ੁਰੂ ਤੋਂ ਹੀ ਉਹ ਇਸ ਗੱਲ ਦਾ ਕਰ ਰਹੇ ਨੇ, ਦੂਜੇ ਪਾਸੇ ਭਾਈ ਰਣਜੀਤ ਸਿੰਘ ਦਾ ਧੜਾ, ਇੱਕ ਵਡਾਲਾ ਸਾਹਿਬ ਨੇ, ਮਤਲਬ ਉਹ ਵੀ ਇੰਨੇ ਕੁ ਧੜੇ ਬਣ ਗਏ ਆ। ਹਰ ਇੱਕ ਨੂੰ ਲਾਲਚ ਹੈ, ਕਬਜ਼ਾ ਕਰਨ ਦਾ ਲਾਲਚ ਹੈ ਨਾ। ਇਹ ਹੋਣਾ ਤਾਂ ਇਹ ਚਾਹੀਦਾ ਕਿ ਇਹ ਜਿਹੜਾ ਵੋਟਿੰਗ ਸਿਸਟਮ ਹੈ ਨਾ, ਇਹੀ ਰੋਂਗ ਹੁੰਦਾ। ਜਿਵੇਂ ਉਹ ਮੈਂ ਇੱਕ ਵਾਰੀ ਸੁਣ ਰਹੀ ਸੀ, ਸਾਡੇ ਕੋਈ ਕਲੀਗ ਗੱਲ ਕਰ ਰਹੇ ਸੀ ਕਿ ਅਸੀਂ ਭੋਪਾਲ ਦੇ ਵਿੱਚ ਅਸੀਂ ਕੀ ਕਰਦੇ ਹਾਂ, ਵੋਟਾਂ ਨਹੀਂ ਪਾਉਂਦੇ ਹੈਗੇ। ਅਸੀਂ ਕਹਿੰਦੇ ਹਾਂ ਵੀ ਸੰਗਤ ਮਤਲਬ ਦੱਸੇ, ਆਪਣੀਆਂ ਪਰਚੀਆਂ ਲਿਖ ਦਿਓ ਵੀ ਕਿਹੜੇ ਬੰਦੇ ਨੂੰ ਚਾਹੁੰਦੀ ਆ ਉਹ ਜਿਹੜੇ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਆਉਣ, ਤੇ ਉਹ ਕਹਿੰਦੇ ਉਹਦੇ ਨਾਲ ਵੀ ਇੰਨੇ ਸੁਖਾਵੇਂ ਢੰਗ ਦੇ ਨਾਲ ਜਿਨ੍ਹਾਂ ਦੀਆਂ ਵੱਧ ਪਰਚੀਆਂ ਨਿਕਲੇ ਉਹਨਾਂ ਬੰਦਿਆਂ ਨੂੰ ਪ੍ਰਬੰਧ। ਡਾਕਟਰ ਸਾਹਿਬ ਪਰਚੀ ਵੋਟ ਹੀ ਹੁੰਦੀ ਆ, ਪਰ ਉਹ ਤੇ ਫਿਰ ਗਿਣਤੀ ਦੇ ਘੱਟ ਬੰਦੇ, ਜਿਹੜਾ ਸਰਬੱਤ ਖਾਲਸਾ ਦਾ ਕਨਸੈਪਟ ਆ ਉਹ ਅੱਜ ਦੇ ਸਮੇਂ 'ਚ ਕਿਉਂ ਨਹੀਂ ਇੰਪਲੀਮੈਂਟ ਹੁੰਦਾ? ਕਿਉਂਕਿ ਖਾਲਸਾ ਪੰਥ ਹੁਣ ਪੂਰੀ ਦੁਨੀਆ ਤੇ ਫੈਲਿਆ ਹੋਇਆ, ਤੇ ਜੇ ਆਪਾਂ ਕਹੀਏ ਕਿ ਸਰਬੱਤ ਖਾਲਸਾ ਜਿੱਦਾਂ ਪਿੱਛੇ ਵਰਪਾਲ ਕੀਤਾ ਸੀ, ਘੱਟੋ-ਘੱਟ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਬ 'ਚ ਤੇ ਕੀਤਾ ਜਾ ਸਕਦਾ ਨਾ। ਨਹੀਂ, ਪਰ ਸਾਰਾ ਪੰਜਾਬ ਫਿਰ ਵੀ ਇਕੱਠਾ ਨਹੀਂ ਹੋ ਸਕਦਾ ਨਾ ਡਾਕਟਰ ਸਾਹਿਬ। ਪਰਚੀਆਂ ਕਿਹੜੇ ਲੋਕਾਂ ਦੀਆਂ ਪੈਣ? ਪਰਚੀ ਦਾ ਮਤਲਬ ਤੇ ਵੋਟ ਹੀ ਆ। ਇੰਟਰਸਟਿਡ ਨੇ ਕਿ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਹੋਣਾ ਚਾਹੀਦਾ, ਇਹਨੂੰ ਮਤਲਬ ਉਹ ਹੋਣਾ ਚਾਹੀਦਾ, ਉਹ ਇੰਟਰਸਟ ਤੇ ਲੈ ਸਕਦੇ, ਪਰ ਉਹ ਇੰਟਰਸਟ ਤਾਂ ਹੀ ਲਿਆ ਜਾਊਗਾ ਨਾ ਜੇ ਇਹ ਪਾਸੇ। ਮੈਂ ਉਹੀ ਕਹਿ ਰਿਹਾ ਡਾਕਟਰ ਸਾਹਿਬ, ਉਹਦੇ ਲਈ ਸੁਚਾਰੂ ਢੰਗ ਨਾਲ ਚਲਾਉਣ ਲਈ ਤਾਂ ਇੱਕ ਨਿਯਮ ਕਾਨੂੰਨ ਬਣਨਾ ਜ਼ਰੂਰੀ ਆ। ਉਹਦੇ ਤਹਿਤ ਸਾਰੀਆਂ ਸੋਧਾਂ ਕਰਕੇ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਮੰਨ ਕੇ ਉਹਨਾਂ ਨੂੰ ਸੁਧਾਰਿਆ ਜਾਵੇ, ਤਾਂ ਹੀ ਹੋ ਸਕਦਾ। ਅੱਛਾ, ਹੁਣ ਦੂਜਾ ਵੱਡਾ ਝਟਕਾ ਜਿਹੜਾ ਲੱਗਾ ਆ ਉਹ ਇਹ ਲੱਗਾ ਆ ਕਿ ਇੱਕ ਬਜ਼ੁਰਗ ਸੀ, ਉਹ ਵੀ ਜਾਂਦੇ ਲੱਗੇ ਵਿਚਾਰੇ, ਖੇੜਾ ਸਾਹਿਬ, ਸਮਾਜਵਾਦੀ ਪਾਰਟੀ ਵਾਲੇ, ਉਹਨਾਂ ਨੇ ਇਹਨਾਂ ਨੂੰ ਬੜਾ ਟੰਗਿਆ ਹੋਇਆ ਸੀ ਬਾਦਲਾਂ ਨੂੰ ਬੜੇ ਚਿਰ ਦਾ। ਉਹਨਾਂ ਕਿਹਾ ਕਿ ਇਹ 2 ਸੰਵਿਧਾਨ ਬਣਾਈ ਫਿਰਦੇ ਆ, ਜਦੋਂ ਇਲੈਕਸ਼ਨ ਲੜਨੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਹੋਰ ਦੇ ਦਿੰਦੇ ਆ। ਉਹਦੇ ਵਿੱਚ ਵੀ ਇਹਨਾਂ ਨੂੰ ਬੜਾ ਵੱਡਾ ਝਟਕਾ ਲੱਗਾ। ਪਿਛਲੇ ਦਿਨ ਹਾਈ ਕੋਰਟ ਗਏ ਸੀਗੇ ਇਹ ਲੋਕ, ਇਹਨਾਂ ਨੇ ਜਾ ਕੇ ਕਿਹਾ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ ਹੈ, ਸਾਨੂੰ ਜਿਹੜੀ ਰੱਦ, ਕਿਉਂਕਿ ਜਿਹੜੀ ਹੁਸ਼ਿਆਰਪੁਰ ਦੀ ਲੋਅਰ ਕੋਰਟ ਆ ਉਹ ਹੁਣ ਫਾਸਟ ਟਰੈਕ ਤੇ ਚੱਲ ਰਹੀ ਆ, ਬੜੀ ਨੇੜੇ ਡੇਟਾ ਦੇ ਰਹੀ ਆ, ਤੇ ਬਹੁਤ ਸਾਰੇ ਜਿਹੜੇ ਸੀਗੇ ਨਾ ਜੀ ਇਹਨਾਂ ਦੇ ਉੱਤੇ ਖਤਰਾ ਹੋ ਰਿਹਾ ਸੀ। ਹਾਈ ਕੋਰਟ ਦੇ ਕਹਿਣ ਤੋਂ ਬਾਅਦ ਇਹਨਾਂ ਨੂੰ ਜਿਹੜੀ ਅਪੈਕਸ ਕੋਰਟ ਹੈ ਥੱਲੇ ਵਾਲੀ, ਉੱਥੋਂ ਜ਼ਮਾਨਤਾਂ ਕਰਾਉਣੀਆਂ ਪਈਆਂ, ਜਿਹਦੇ ਵਿੱਚ ਵੱਡੇ ਬਾਦਲ ਸਾਹਿਬ ਨੂੰ ਵੀ, ਸੁਖਬੀਰ ਬਾਦਲ ਨੂੰ ਵੀ, ਤੇ ਜਿਹੜੇ ਚੀਮਾ ਸਾਹਿਬ ਨੂੰ ਵੀ। ਹੁਣ ਇਹਨਾਂ ਨੂੰ ਖਤਰਾ ਭਾਸ ਰਿਹਾ ਸੀਗਾ ਕਿ ਸਾਨੂੰ ਇਹ ਕੋਰਟ ਜਿਹੜੀ ਆ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇ ਸਕਦੀ ਆ। ਸੋ ਇਹ ਫਿਰ ਹਾਈ ਕੋਰਟ ਵਾਲੇ ਭੱਜੇ, ਹਾਈ ਕੋਰਟ ਨੇ ਕਿਹਾ ਨੋ, ਉੱਥੇ ਜਾਓ। ਹਾਂ, ਨਹੀਂ ਜਿਹੜੀ ਕੋਰਟ 'ਚ ਤੁਹਾਡੇ ਚੱਲ ਰਿਹਾ ਕੇਸ ਉਹ ਡਿਸਾਈਡ ਹੋ ਕੇ ਆਵੇ ਨਾ,
ਉੱਥੇ ਵੀ ਇਹਨਾਂ ਨੂੰ ਕਾਫੀ ਵੱਡਾ ਝਟਕਾ ਲੱਗਾ ਜੀ। ਉੱਥੇ ਵੀ ਜਿਹੜਾ ਇਹ 2 ਸੰਵਿਧਾਨਾਂ ਵਾਲਾ ਮਸਲਾ ਆ, ਇੱਥੋਂ ਹੀ ਸਾਬਤ ਹੁੰਦਾ ਕਿ ਇਹਨਾਂ ਦੀ ਨੀਤ ਕੀ ਆ ਤੇ ਕਰਦੇ ਖੋਟੀ ਹੈ ਨੀਤ ਖੋਟੀ ਹੈ। ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ, ਲੋਕਾਂ ਨੂੰ ਹਮੇਸ਼ਾ ਆਪਣੇ ਲਈ ਵਰਤਿਆ ਜੀ, ਆਪਣੇ ਲਈ ਵਰਤਿਆ ਇਹਨਾਂ ਨੇ। ਜਿਵੇਂ ਕਹਿ ਲਓ ਵੀ ਪੰਥਕ ਮਸਲਿਆਂ ਬਾਰੇ ਜਾਂ ਪੰਥ ਬਾਰੇ ਤਾਂ ਸੋਚੇ ਨਹੀਂ। ਉਹ ਫਰੇਜ਼ ਹੁੰਦਾ ਸੀ ਨਾ, ਪੰਥ ਵਸੇ ਮੈਂ ਉਜੜਾ, ਹੈ ਨਾ। ਇਹਨਾਂ ਦਾ ਅਲੱਗ ਹੈ ਵੀ ਪੰਥ ਉਜੜ ਜੇ ਤਾਂ ਉਜੜਦੇ, ਅਸੀਂ ਵਸਦੇ ਰਹਿਣੇ ਚਾਹੀਦੇ ਆ, ਸਾਡੇ ਹੱਥ 'ਚ ਸਾਰਾ ਕੁਝ ਰਹਿਣਾ ਚਾਹੀਦਾ। ਉਹ ਭਾਵੇਂ SYL ਦਾ ਪਾਣੀਆਂ ਦੀ ਗੱਲ ਹੈ, ਚਾਹੇ ਉਹ ਪੰਜਾਬੀ ਬੋਲਦੇ। ਜਦੋਂ ਤਾਂ ਆਊਟ ਆਫ ਪਾਵਰ ਹੁੰਦੇ ਨੇ ਉਦੋਂ ਇਹ ਮੁੱਦੇ ਇਹਨਾਂ ਨੂੰ ਚੇਤੇ ਆ ਜਾਂਦੇ ਨੇ, ਤੇ ਜਦੋਂ ਪਾਵਰ ਦੇ ਵਿੱਚ ਹੁੰਦੇ ਨੇ ਸਾਰਾ ਕੁਝ ਭੁੱਲ ਭੁਲਾ ਕੇ ਸੈਂਟਰ ਦੀ ਝੋਲੀ ਦੇ ਵਿੱਚ ਜਾ ਪੈਂਦੇ ਨੇ। ਡਬਲ ਕਿਰਦਾਰ ਤਾਂ ਹੈਗਾ ਹੀ ਹੈ, ਬਿਲਕੁਲ ਆਲਰੇਡੀ ਹੈ, ਮਤਲਬ ਡਬਲ ਕਾਨੂੰਨ ਹੀ ਨਹੀਂ, ਕਿਰਦਾਰ ਵੀ ਡਬਲ ਰੱਖੇ ਹੋਏ ਨੇ। ਅੱਛਾ ਡਾਕਟਰ ਸਾਹਿਬ, ਜੇ ਹੁਣ ਗੁਰਦੁਆਰਾ ਐਕਟ ਇਕੱਲੇ ਪੰਜਾਬ ਤੱਕ ਸੀਮਿਤ ਹੋ ਗਿਆ ਤੇ ਪੰਜਾਬ ਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਅਧਿਕਾਰ ਵੀ ਫਿਰ ਪੰਜਾਬ ਦੀ ਸਰਕਾਰ ਕੋਲ ਆ ਜਾਏਗਾ। ਸੋ ਇਹਨਾਂ ਨੂੰ ਲੜਨਾ ਤਾਂ ਇਸ ਚੀਜ਼ ਲਈ ਚਾਹੀਦਾ ਨਾ, ਜਦੋਂ ਜੇ ਹਰਿਆਣੇ ਦੀ ਮਤਲਬ ਕਮੇਟੀ ਹੈ ਜਿਹੜੀ, ਉਹਦੇ ਵਾਸਤੇ ਹਰਿਆਣਾ ਸਰਕਾਰ ਮਤਲਬ ਬਣਾ ਸਕਦੀ ਹੈ ਕਾਨੂੰਨ, ਤੇ ਪੰਜਾਬ ਲਈ ਵੀ ਫਿਰ ਪੰਜਾਬ ਮਤਲਬ ਕਰੇ। ਫਿਰ ਅਕਾਲੀ ਦਲ ਵਾਲੇ ਕਹਿੰਦੇ ਆ ਇਹ ਸਰਕਾਰੀ ਦਖਲਅੰਦਾਜ਼ੀ ਹੈ। ਜੇ ਹੁਣ ਤੇ ਚਾਹੀਦਾ ਤੇ ਇਹ ਆ ਕਿ ਜੇ ਹਰਿਆਣੇ ਦੀ ਸਰਕਾਰ ਨੂੰ ਆਪਣੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਚਲਾਉਣ ਲਈ ਕੋਈ ਸੰਸਥਾ ਬਣਾਉਣ ਦਾ ਅਧਿਕਾਰ ਹੈ, ਤੇ ਫਿਰ ਜਿਹੜਾ ਇਹ ਗੁਰਦੁਆਰਾ ਐਕਟ ਅਸੀਂ ਜਿਹੜੇ ਜੁਡੀਸ਼ੀਅਲ ਜੱਜ ਆਉਂਦੇ ਆ ਉਹ ਵੀ ਸੈਂਟਰ ਗਵਰਨਮੈਂਟ ਵੱਲੋਂ ਭੇਜੇ ਜਾਂਦੇ। ਤੁਹਾਨੂੰ ਪਤਾ ਚੋਣਾਂ ਕਰਾਉਣ ਲਈ ਜਿਹੜਾ ਸਿੱਖ ਗੁਰਦੁਆਰਾ ਬੋਰਡ ਬਣਿਆ ਹੋਇਆ, ਜਿਹੜੇ ਉਹਦੇ ਜੱਜਸ ਆਉਂਦੇ ਆ ਉਹ ਵੀ ਉੱਥੋਂ ਆਉਂਦੇ ਆ। ਇਹ ਸਾਰਾ ਨਿਯਮ ਹੁਣ ਜਦੋਂ ਇਹ ਟੁੱਟ ਹੀ ਗਿਆ ਕਿ ਪੰਜਾਬ ਤੱਕ ਸੀਮਿਤ ਹੋ ਗਏ, ਤੇ ਫਿਰ ਪੰਜਾਬ ਦੀ ਵਾਗਡੋਰ ਕੇਂਦਰ ਦੇ ਹੱਥ ਨਹੀਂ ਹੋਣੀ ਚਾਹੀਦੀ, ਇਹ ਮੌਜੂਦਾ ਪੰਜਾਬ ਦੇ ਹੱਥ ਹੋਣੀ ਚਾਹੀਦੀ ਹੈ, ਤਾਂ ਕਿ ਉਹ 'ਚ ਪ੍ਰੋਪਰ ਅਸੀਂ ਆਪਣਾ ਆਪ ਕਰ ਸਕੀਏ। ਇਹਨਾਂ ਨੂੰ ਇਸ ਪਾਸੇ ਨੂੰ ਸਟਰਗਲ ਕਰਨਾ ਚਾਹੀਦਾ, ਬਜਾਏ ਇਸ ਦੇ ਹੁਣ ਰਿਵਿਊ ਪਟੀਸ਼ਨਾਂ ਪਾਉਂਦੇ ਫਿਰਨ, ਹੋਰ ਕੁਝ ਕਰਦੇ ਫਿਰਨ। ਸੋਚਣਾ ਇਹ ਚਾਹੀਦਾ ਕਿ ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਿਸ ਤਰ੍ਹਾਂ ਸੁਚੱਜੇ ਢੰਗ ਨਾਲ ਕਰ ਸਕਦੇ ਹਾਂ, ਕਿਵੇਂ ਹਰ ਰੂਟੀਨ ਦੇ ਵਿੱਚ ਡਿਊ ਟਾਈਮ ਦੇ ਉੱਤੇ ਇਲੈਕਸ਼ਨਸ ਹੋਣ, ਨਵੇਂ ਲੋਕ ਉਹਦੇ ਵਿੱਚ ਆਉਣ ਜਿਹੜੇ ਸੁਧਾਰ ਦੇ ਵਿੱਚ ਦਿਲਚਸਪੀ ਰੱਖਦੇ ਨੇ। ਅਸੀਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਅੱਗੇ ਲਿਆਈਏ, ਕਿਵੇਂ ਉੱਚਾ ਚੁੱਕੀਏ। ਇਹਨਾਂ ਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਕਿ ਆਊਟ ਆਫ ਪਾਵਰ ਆਪਣੀ ਨਲਾਇਕੀ ਕਰਕੇ ਹੋਏ ਨੇ ਲੋਕ, ਹੁਣ ਕੌਨਸ਼ੀਅਸ ਹੋ ਗਏ ਹੋਏ ਨੇ ਲੋਕ, ਪਹਿਲਾਂ ਵਾਲੇ ਨਹੀਂ ਰਹੇ ਹੈਗੇ ਹੁਣ। ਪਰ ਡਾਕਟਰ ਸਾਹਿਬ, ਜਿਹੜੇ ਮੌਜੂਦਾ ਲੀਡਰਸ਼ਿਪ ਹੈ ਅਕਾਲੀ ਦਲ ਦੀ, ਜਿਹਦੇ 'ਚ ਸੁਖਬੀਰ ਬਾਦਲ ਜੀ ਸਰਵਾ ਨੇ, ਉਹਨਾਂ ਦੇ ਆਲੇ ਦੁਆਲੇ ਜਿਹੜੀ ਉਹਨਾਂ ਦੀ ਸਲਾਹਕਾਰ ਮੰਡਲੀ ਆ, ਜੇ ਆਪਾਂ ਨਾਂ ਲੈ ਕੇ ਵੀ ਕਹੀਏ, ਜਿਨ੍ਹਾਂ 'ਚ ਡਾਕਟਰ ਚੀਮਾ ਨੇ, ਚੰਦੂ ਮਾਜਰਾ ਨੇ, ਮਲੂਕੇਰੀ ਨੇ, ਜਿਹੜੇ ਆ ਕੁਝ ਕੁ ਲੋਕ ਨੇ ਜਿਹੜੇ ਮੇਰੇ ਖਿਆਲ ਉਹਨਾਂ ਨੂੰ ਸਹੀ ਸੇਧ ਨਹੀਂ ਲੈਣ ਦੇ ਰਹੇ। ਉਹ ਬਾਰ-ਬਾਰ ਇੱਥੇ ਲੈ ਕੇ ਆ ਰਹੇ ਕਿ ਸੁਖਬੀਰ ਬਾਦਲ ਬਿਨਾਂ ਤੇ ਸਰਦਾ ਹੀ ਨਹੀਂ ਜੀ, ਪ੍ਰਧਾਨ ਜੀ ਤੇ ਸਾਡੇ ਪੱਕੇ ਰਹਿਣਗੇ। ਦੇਖੋ ਹੁਣ ਉਹ ਝੁੰਗਾ ਦੀ ਕਮੇਟੀ ਹੈ ਜਿਹੜੀ, ਉਹ ਤਾਂ ਸਾਰਾ ਕੁਝ ਆ ਗਿਆ, ਉਹਦੇ 'ਚ ਸਪਸ਼ਟ ਲਿਖਿਆ ਹੋਇਆ ਹੈ ਕਿ ਲੋਕ ਛੁਟਕਾਰਾ ਚਾਹੁੰਦੇ ਨੇ। ਕੈਡਰ ਹੈ ਜਿਹੜੀ ਅਕਾਲੀ ਦਲ ਦੀ, ਉਹ ਛੁਟਕਾਰਾ ਚਾਹੁੰਦੀ ਹੈ ਇਹਨਾਂ ਦੇ ਉੱਤੋਂ ਪਾਉਣਾ, ਤੇ ਉਹ ਮੁੜ ਕੇ ਉਹ ਫੇਰ ਮਤਲਬ ਉਹਨਾਂ ਨੂੰ ਐਂ ਲੱਗਦਾ ਵੀ ਸੁਖਬੀਰ ਬਾਦਲ ਦੀ ਸਰਵਾਈਵਲ ਦੇ ਵਿੱਚ ਸਾਡੀ ਪੋਲੀਟੀਕਲ ਸਰਵਾਈਵਲ ਹੈ। ਇਹੀ ਆਪਾਂ ਨਤੀਜਾ ਕੱਢ ਸਕਦੇ ਹਾਂ ਨਾ, ਕਿ ਉਹਨਾਂ ਨੂੰ ਇਸ ਤਰ੍ਹਾਂ ਜਾਪਦਾ ਕਿ ਜੇ ਸੁਖਬੀਰ ਬਾਦਲ ਦੀ ਸਰਵਾਈਵਲ ਵਿੱਚ ਸਾਡੀ ਸਰਵਾਈਵਲ ਹੈ। ਅੱਛਾ ਡਾਕਟਰ ਸਾਹਿਬ, ਜੇ ਹੁਣ ਮੰਨ ਲਓ ਕਿ ਇਹ ਮੂਵ ਚੱਲਦੀ ਆ ਕਿ ਇਹ ਹੁਣ ਕੇਂਦਰ ਕੋਲੋਂ ਅਧਿਕਾਰ ਖੋਹ ਕੇ ਕੋਰਟ ਨੇ ਹੀ ਸਾਬਤ ਕਰਤਾ ਕਿ ਜਿਹੜੀਆਂ ਸਟੇਟਾਂ ਨੂੰ ਅਧਿਕਾਰ ਆ ਕਿ ਆਪਣੇ ਗੁਰਦੁਆਰਾ ਜਾਂ ਆਪਣੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਉਹ ਆਪ ਚਲਾ ਲੈਣ, ਤੇ ਜੇ ਪੰਜਾਬ ਸਰਕਾਰ ਕੋਲੇ ਆਉਂਦਾ ਤੇ ਨਵਾਂ ਸੋਧ ਬਿੱਲ ਆਉਂਦਾ, ਇੱਕ ਵੱਡੀ ਮਸਲਾ ਤੇ ਭਗਵੰਤ ਮਾਨ ਸਰਕਾਰ ਲਈ ਵੀ ਖੜਾ ਹੋਏਗਾ, ਕਿਉਂਕਿ ਉਹਦੇ ਵਿੱਚ ਬਹੁਤ ਕੁਝ ਹੋਏਗਾ, ਕਿਉਂਕਿ ਇਹ ਨਿੱਕੀ ਜਿਹੀ ਗੱਲ ਨਹੀਂ, ਪੂਰੇ ਸਿੱਖਾਂ ਦਾ ਮਸਲਾ ਹੋਏਗਾ, ਉਹਨਾਂ ਨੂੰ ਵੀ ਫੂਕ ਕੇ ਪੈਰ ਕਦਮ ਉਠਾਉਣੇ ਚਾਹੀਦੇ ਆ। ਪਰ ਜੇ ਹੁਣ ਇਹ ਮਸਲਾ ਸੱਚਮੁੱਚ ਹੀ ਸਟੇਟ ਦੇ ਉੱਤੇ ਆਣ ਡਿੱਗਿਆ ਤੇ ਸਟੇਟ ਗਵਰਨਮੈਂਟ ਇਹਦੇ ਲਈ ਕੋਈ ਕਾਨੂੰਨ ਬਣਾਉਂਦੀ ਆ, ਤੇ ਅਗਲੀ ਇਲੈਕਸ਼ਨ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੀ, ਤੇ ਫਿਰ ਜਿਹੜੇ ਵੱਖ-ਵੱਖ ਧੜੇ ਆ ਜਿਹੜੇ ਕਦੇ ਵੀ ਇਕੱਠੇ ਨਹੀਂ ਹੋਏ, ਸਿਮਰਜੀਤ ਮਾਨ ਸਿੰਘ ਦਾ ਮੂੰਹ ਇੱਧਰ ਨੂੰ, ਸਿਮਰਜੀਤ ਮਾਨ ਦਾ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਦਾ ਦੂਜੇ ਪਾਸੇ, ਪਹਿਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਕਾਫੀ ਸਰਗਰਮ ਰਹੇ ਆ, ਉੱਥੇ ਬਹੁਤੀ ਉਹਨਾਂ ਦੀ ਦਾਲ ਨਹੀਂ ਗਲੀ। ਮੈਂ ਵਡਾਲਾ ਸਾਹਿਬ ਦਾ ਜ਼ਿਕਰ ਕੀਤਾ, ਹੋਰ ਬਹੁਤ ਸਾਰੇ ਨੇ, 1920 ਵਾਲੇ ਅਕਾਲੀ ਦਲ ਨੇ, ਇੱਕ ਹੋਰ ਕਮਾਨ ਵਾਲੇ ਅਕਾਲੀ ਦਲ, ਉਹ ਪਤਾ ਨਹੀਂ ਕਿੱਥੇ ਚਲ ਜਾਂਦੇ ਆ, ਉਹ ਇਲੈਕਸ਼ਨਾਂ ਦੇ ਨੇੜੇ ਤੇੜੇ ਫੇਰ ਇਕੱਠੇ ਹੋ ਜਾਂਦੇ, ਆ ਜਾਂਦੇ ਕਿਤੋਂ ਕਿਤੋਂ ਲੋਕ, ਉਹਦਾ ਕਿਤੇ ਰੜਕਦੇ ਨਹੀਂ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਫਿਰ ਇਹਨਾਂ ਧੜਿਆਂ ਦੀ ਆਪਸੀ ਲੜਾਈ ਦੇ ਵਿੱਚੋਂ ਨਵੀਂ ਕਮੇਟੀ, ਨਵਾਂ ਤਰੀਕਾ ਨਿਕਲੂਗਾ, ਜਾਂ ਸਿੱਖ ਪੰਥ ਕੋਈ ਰਾਹ ਕੱਢ ਲਏਗਾ? ਨਹੀਂ, ਜਿਹੜਾ ਮੇਰਾ ਆਪਣਾ ਸੋਚਣਾ ਇਹ ਹੈ ਵੀ ਇਹ ਸਾਰੀ ਆਊਟਡੇਟਡ ਨੇ, ਪਾਸੇ ਹੋਣੇ ਚਾਹੀਦੇ ਨੇ। ਨਹੀਂ ਡਾਕਟਰ, ਇਹ ਤਾਂ ਆਈਡੀਅਲ ਗੱਲ ਹੋ ਗਈ ਨਾ, ਇਹ ਤਾਂ ਆਪਾਂ ਚਾਹੁੰਦੇ ਆ ਵੀ ਹੋਵੇ ਤਾਂ ਇੰਟੈਲੈਕਚੁਅਲ ਕਿਸਮ ਦੇ ਬੰਦੇ ਨੇ, ਉਹ ਸਿਰ ਜੋੜ ਕੇ ਬੈਠਣ, ਕਿਉਂਕਿ ਇਹ ਤਾਂ ਦੇਖੋ ਹੁਣ ਇਹ ਭਾਵੇਂ ਰਣਜੀਤ ਸਿੰਘ ਬ੍ਰਹਮਪੁਰਾ ਜਾਂ ਹੋ ਰਿਹਾ, ਇਹ ਪਹਿਲਾਂ ਅਲੱਗ ਹੋਏ, ਜਦੋਂ ਇਲੈਕਸ਼ਨ ਦੇ ਨੇੜੇ ਆਈਆਂ ਫੇਰ ਇਕੱਠੇ ਹੋ ਗਏ। ਮਤਲਬ ਕੀ ਬਣਦਾ ਇਹਨਾਂ ਲੋਕਾਂ ਦਾ? ਇਹਨਾਂ ਦਾ ਤੁਸੀਂ ਕੋਈ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਕਿੱਥੇ ਬੋਲਦੇ ਆ ਤੇ ਕੀ ਕਰਦੇ ਆ? ਇਹਨਾਂ ਦੇ ਵਿੱਚ ਕੋਈ ਇਮਾਨਦਾਰੀ ਦੀ ਲੇਸ ਹੈਗੀ ਆ, ਮਾੜੀ ਮੋਟੀ ਲੱਗਦੀ ਆ ਤੁਹਾਨੂੰ ਵੀ ਹੈਗੀ? ਨਹੀਂ ਪਰ ਡਾਕਟਰ ਸਾਹਿਬ, ਇਹ ਗੱਲ ਆਪਣੀ ਥਾਂ ਆ, ਇਹ ਤੇ ਆਈਡੀਅਲਿਜ਼ਮ ਆ, ਅਸੀਂ ਚਾਹੁੰਦੇ ਆ ਕਿ ਕੋਈ ਨਵੀਂ ਲੀਡਰਸ਼ਿਪ ਇਦਾਂ ਦੀ ਉੱਭਰੇ ਜਿਹੜੀ ਇਹ ਸਾਰਾ, ਇਹ ਫਿਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਆਪਣੇ ਆਪ ਨੂੰ, ਜਾਂ ਕਹਿ ਲਓ ਵੀ ਸਿੱਖ ਪੰਥ ਨੂੰ ਜਾਂ ਆਪਣੇ ਪ੍ਰਬੰਧ ਨੂੰ ਅਸੀਂ ਬਚਾਉਣਾ ਕਿਵੇਂ ਆ।
ਇਹ ਲੋਕ ਤੇ ਛੱਡਣਗੇ ਨਹੀਂ ਆਪਣੇ ਆਪ, ਆਪਣੇ ਆਪ ਤੇ ਛੱਡਣਗੇ। ਆਖਰਕਾਰ ਲੋਕਾਂ ਦੇ ਪ੍ਰੈਸ਼ਰ ਨਾਲ ਹੀ ਛੁੱਟਣਾ ਜੇ ਛੁੱਟਿਆ। ਇਲੈਕਸ਼ਨਾਂ ਹੋਣਗੀਆਂ ਮਤਲਬ ਦੇਖੋ ਇਹਨਾਂ ਨੇ ਜਿਹੜਾ ਵੋਟ ਦਾ ਅਧਿਕਾਰ ਹੈ ਸਿੱਖਾਂ ਦਾ ਉਹ ਵੀ ਸੀਮਿਤ ਕਰ ਦਿੱਤਾ ਹੋਇਆ। ਉਹ ਇਸੇ ਕਰਕੇ ਸੀਮਿਤ ਕੀਤਾ ਨਾ ਵੀ ਮਤਲਬ ਸਾਡਾ ਉਹ ਬਣਿਆ ਰਹੇ। ਇਹਨਾਂ ਨੂੰ ਇਹ ਵੀ ਪੰਥ ਦੇ ਨਾਂ ਤੇ ਇੰਨੇ ਕੁ ਲੋਕਾਂ ਨੇ ਤਾਂ ਸਾਨੂੰ ਵੋਟਾਂ ਪਾਈ ਦੇਣੀਆਂ ਨੇ। ਤੁਹਾਨੂੰ ਪਤਾ ਵੀ ਮੈਂ SGPC ਦੀ ਵੋਟਰ ਹੁਣ, ਮੈਂ ਅੰਮ੍ਰਿਤਧਾਰੀ ਵੀ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਡਿਪਾਰਟਮੈਂਟ ਦੇ ਵਿੱਚ ਵੀ ਹਾਂ। ਮੈਂ ਕੋਈ ਮਤਲਬ ਕੋਈ ਕਿਸੇ ਕਿਸਮ ਦੀ ਆਪਣੀ ਉਹ ਬੇਅਦਬੀ ਨਹੀਂ ਕਰਦੀ, ਰੋਮਾ ਨਹੀਂ, ਕੁਛ ਨਹੀਂ ਹੈ। ਅਤੇ ਸਾਡੀਆਂ ਬਹੁਤ ਸਾਰੇ ਬੰਦਿਆਂ ਦੀਆਂ ਅਸੀਂ ਉਹ ਬਣਾ ਕੇ ਆਪਣੇ ਫਾਰਮ ਭਰ ਕੇ ਭੇਜੇ ਸੀਗੇ। ਅਤੇ ਕਿਉਂਕਿ ਥੋੜ੍ਹਾ ਜਿਹਾ ਚੌੜਾ ਸਾਹਿਬ ਦੇ ਸ਼ਰਧਾਲੂ ਸੀ ਕਿ ਸਾਡੀਆਂ ਬਹੁਤ ਜਣੇ ਦੀਆਂ ਵੋਟਾਂ ਹੀ ਕੱਟੀਆਂ ਗਈਆਂ ਸੀ। ਅਸੀਂ ਜਿੱਦਾਂ ਸਿਆਸੀ ਪਾਰਟੀਆਂ ਕਰਦੀਆਂ ਨੇ ਕਿ ਵਿਰੋਧੀਆਂ ਦੀਆਂ ਵੋਟਾਂ ਕੱਟਦੀਆਂ ਨੇ, ਸ਼੍ਰੋਮਣੀ ਕਮੇਟੀ 'ਚ ਵੀ ਇਹੋ ਕੁਝ ਚੱਲਦਾ ਆ। ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਰਦ ਬੰਦੇ ਅੱਗੇ ਨਹੀਂ ਆਉਂਦੇ ਤੇ ਉਹਨਾਂ ਚਿਰ ਗੁਰਦੁਆਰਾ ਪ੍ਰਬੰਧ ਦਾ ਸੁਧਾਰ ਜਿਹੜਾ ਉਹ ਨਾਮੁਮਕਿਨ ਹੈ। ਹੁਣ ਜਿਹੜੀ ਆ ਉਹ ਸਾਰੀ ਗੱਲਬਾਤ ਆ ਗਈ ਆ ਸਿੱਖ ਪੰਥ ਦੇ ਹੱਥ, ਸਿੱਖ ਸੰਗਤ ਦੇ ਹੱਥ, ਕਿ ਉਹ ਕਿਹੋ ਜਿਹੇ ਲੋਕਾਂ ਨੂੰ ਚਾਹੁੰਦੇ ਆ ਕਿ ਉਹ ਸਾਡੇ ਗੁਰਦੁਆਰਾ ਸਾਹਿਬ ਦਾ ਕੰਟਰੋਲ ਕਰਨ। ਸਿੱਖਾਂ ਨੂੰ ਘਰ ਬਹਿ ਕੇ ਹੁਣ ਜਿਹੜੇ ਆ ਉਹ ਵੇਖਣਾ ਨਹੀਂ ਚਾਹੀਦਾ ਅੱਖਾਂ ਬੰਦ ਕਰਕੇ। ਹੁਣ ਕੀ ਦਾ ਜਿਹੜਾ ਐਟੀਟਿਊਡ ਹੈ ਨਾ ਉਹ ਛੱਡ ਕੇ ਜੀ ਅੱਗੇ ਆਉਣਾ ਚਾਹੀਦਾ, ਅੱਗੇ ਆਉਣਾ ਚਾਹੀਦਾ। ਸਾਨੂੰ ਕੀ ਦਾ ਛੱਡ ਕੇ ਐਟੀਟਿਊਡ ਵੀ ਅਸੀਂ ਕੀ ਲੈਣਾ, ਇਹ ਗੱਲ ਮੈਨੂੰ ਛੱਡ ਕੇ ਤਾਂ ਹੀ ਅਸੀਂ ਆਪਣਾ ਹਰ ਇੱਕ ਸਿੱਖ ਨੂੰ ਜਿਹੜਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤਮੰਨਾ ਰੱਖਦਾ, ਉਹਨੂੰ ਗੁਰਦੁਆਰਾ ਪ੍ਰਬੰਧ ਵਿੱਚ ਪਏ ਵਿਗਾੜਾਂ ਨੂੰ ਦੂਰ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਅਸੀਂ ਆਪਣੇ ਪਲੇਟਫਾਰਮ ਤੋਂ ਵੀ ਇਹ ਚਾਹੁੰਦੇ ਹਾਂ ਕਿ ਅਸੀਂ ਅਪੀਲ ਕਰੀਏ ਕਿ ਸਿੱਖ ਪੰਥ ਦੇ ਸਿਰਦ ਲੋਕ ਅੱਗੇ ਆਉਣ ਤੇ ਇਹਨਾਂ ਨਵੇਂ ਬਣੇ ਮਹੰਤਾਂ ਕੋਲੋਂ ਗੁਰਦੁਆਰੇ ਨੂੰ ਆਜ਼ਾਦ ਕਰਾਉਣ। ਇਹ ਗੱਲ ਚੱਲੀ ਵੀ ਸੀ ਵੀ ਮਹੰਤਾਂ ਕੋਲੋਂ ਤਾਂ ਗੁਰਦੁਆਰੇ ਆਜ਼ਾਦ ਕਰਾ ਲਏ, ਜਿਹੜੇ ਆ ਨਵੇਂ ਮਹੰਤ ਨੇ ਇਹਨਾਂ ਕੋਲੋਂ ਕਿਵੇਂ ਛਡਾਉਂਗੇ। ਇਹਦੇ ਵਿੱਚ ਇਕੱਲਾ ਬਾਦਲ ਪਰਿਵਾਰ ਨਹੀਂ, ਮੈਂ ਸਮਝਦਾ ਹਾਂ ਕਿ ਜਿੰਨੇ ਵੀ ਧੜੇ ਹੁਣ ਤੱਕ ਆਪਸੀ ਖਿੱਚੋ ਤਾਣ ਚ ਆ, ਭਾਵੇਂ ਉਹ ਸਿਮਰਨਜੀਤ ਮਾਨ ਦਾ ਧੜਾ ਹੋਵੇ, ਭਾਵੇਂ ਭਾਈ ਰਣਜੀਤ ਸਿੰਘ ਦਾ, ਵਡਾਲਾ ਦਾ, ਜਾਂ ਕੋਈ ਵੀ ਹੋਰ ਧੜਾ, 3600 ਤਰ੍ਹਾਂ ਦੇ ਅਕਾਲੀ ਦਲ ਬਣੇ ਫਿਰਦੇ ਆ। ਕਿਸੇ ਅਕਾਲੀ ਦਲ ਨੂੰ ਇਹਦੇ ਵਿੱਚ ਭਾਗ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਪੰਜਾਬ ਗੌਰਮੈਂਟ ਹੁਣ ਸਿੱਧੇ ਤੌਰ ਤੇ ਆਪ ਇਹਦੇ ਤੇ ਨੋਟਿਸ ਲਵੇ ਤੇ ਪੰਜਾਬ ਦੇ ਲਈ ਪੰਜਾਬ ਸਿੱਖ ਗੁਰਦੁਆਰਾ ਪ੍ਰਬੰਧਕ ਬੋਰਡ ਜਾਂ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਇੱਕ ਨਵੇਂ ਸਿਰਿਓਂ ਬੇਨਤੀ ਜਾਵੇ ਤੇ ਜਿਹਦੇ ਵਿੱਚ ਇਲੈਕਸ਼ਨ ਰੈਗੂਲਰਲੀ ਹੋਣ, ਚੰਗੇ ਢੰਗ ਨਾਲ ਸੋਧਾਂ ਕਰਕੇ ਜਿਹੜੀਆਂ ਹੁਣ ਤੱਕ ਵੀਕਨੈਸ ਸਾਨੂੰ ਨਜ਼ਰ ਆਈਆਂ, ਜਿਹੜੀਆਂ ਚੋਰ ਮੋਰੀਆਂ ਰਾਹੀਂ ਸਿਆਸੀ ਲੋਕ ਅੰਦਰ ਵੜਦੇ, ਉਹ ਸਾਰੀਆਂ ਮੋਰੀਆਂ ਬੰਦ ਕੀਤੀਆਂ ਜਾਣ। ਮੋਰਓਵਰ ਜਿਹੜਾ ਵੀ ਬੰਦਾ 10 ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਉਹ ਰੱਖਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ, ਉਹਨੂੰ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਹਿੱਸਾ ਲੈਣ ਦਾ ਜਿਹੜਾ ਹੈਗਾ ਅਧਿਕਾਰ ਹੋਣਾ ਚਾਹੀਦਾ। ਜਿਹੜੇ ਰਹਿਤਧਾਰੀ ਤੁਹਾਨੂੰ ਕਹਿ ਰਹੇ ਬੜੇ ਚਿਰ ਤੋਂ, ਜਿਹੜੇ ਰਹਿਤਧਾਰੀ ਸੰਗਤ ਜਿਹੜੀ ਆ ਉਹ ਸਹਿਜਧਾਰੀ ਸਹਿਜਧਾਰੀ ਸਿੱਖਾਂ ਨੂੰ ਉਹਦੀ ਇਕੁਅਲ ਉਹਨੂੰ ਰਾਈਟ ਹੋਣਾ ਚਾਹੀਦਾ ਕਿ ਉਹ ਵੀ ਉਹਦੇ ਵਿੱਚ ਪ੍ਰਬੰਧਾਂ ਦੇ ਵਿੱਚ ਹਿੱਸਾ ਲੈ ਸਕਣ, ਆਪਣੀ ਵੋਟ ਦੇ ਥਰੂ, ਆਪਣੀ ਮਤਲਬ ਕੰਟਰੀਬਿਊਸ਼ਨ ਦੇ ਥਰੂ ਹਿੱਸਾ ਲੈ ਸਕਣ ਜੀ। ਉਹ ਵੱਧ ਸਹਿਯੋਗ ਹੋ ਸਕਦੇ ਆ। ਠੀਕ ਹੈ, ਮੇਰੇ ਖਿਆਲ 'ਚ ਹੁਣ ਦੇ ਸਮੇਂ ਦੇ ਮੁਤਾਬਕ ਇਹ ਜ਼ਰੂਰ ਹੈ ਕਿ ਜੇ ਕੋਈ ਉਹ ਧਾਰਮਿਕ ਬੋਰਡ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨਾ ਚਾਹੁੰਦਾ ਤੇ ਉਹਦੇ ਤੇ ਸ਼ਰਤਾਂ ਲਾਗੂ ਹੋ ਸਕਦੀਆਂ ਕਿ ਉਹ ਪੂਰੀ ਤਰ੍ਹਾਂ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ, ਗੁਰੂ ਸਾਹਿਬ ਦੇ ਆਸ਼ੇ ਦਾ ਜੀਵਨ ਬਤੀਤ ਕਰਦਾ ਹੋਵੇ ਸਭ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਕਰਨ ਵਾਲਾ, ਭਾਵੇਂ ਕੋਈ ਸਿੱਖ ਹੈ ਭਾਵੇਂ ਹਿੰਦੂ, ਉਹਨੂੰ ਵੋਟ ਦਾ ਅਧਿਕਾਰ ਮਿਲ ਜਾਣਾ ਚਾਹੀਦਾ। ਉਹਦੇ ਤੇ ਦੇਖੋ ਹੁਣ ਮਤਲਬ ਬਹੁਤ ਸਾਰੇ ਬੱਚੇ ਨੇ ਜਿਹੜੇ ਵਾਲ ਕਟਾ ਕੇ ਮਤਲਬ ਰੱਖਦੇ ਨੇ ਜਾਂ ਕੀ ਹੈ, ਪਰ ਉਹ ਹਿੰਦੂ ਧਰਮ ਨੂੰ ਤਾਂ ਨਹੀਂ ਮੰਨਦੇ, ਉਹ ਕੋਈ ਈਸਾਈ ਤਾਂ ਨਹੀਂ ਹੈਗੇ, ਉਹ ਹੈਗੇ ਤਾਂ ਸਿੱਖ ਨੇ। ਪੰਜਾਬ ਦੇ ਬਹੁਤ ਸਾਰੇ ਹਿੰਦੂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਆਨੰਦ ਕਾਰਜ ਕਰਕੇ ਸਿੰਧੀ ਹਿੰਦੂ ਨੇ, ਉਹ ਮਤਲਬ ਕਿਸੇ ਮੰਦਿਰ 'ਚ ਨਹੀਂ ਜਾਂਦੇ, ਕੁਛ ਨਹੀਂ ਕਰਦੇ, ਉਹ ਗੁਰੂ ਗ੍ਰੰਥ ਸਾਹਿਬ ਨੂੰ। ਇਹਦੇ ਨਾਲ ਜਿਹੜਾ ਇਹ ਡਰਾਵਾ ਦਿੱਤਾ ਜਾਂਦਾ ਕਿ ਹਿੰਦੂ ਆ ਕੇ ਸਾਡੇ ਗੁਰਦੁਆਰਿਆਂ ਤੇ ਕਾਬਜ ਹੋ ਜਾਣਗੇ, ਨਿਰਮੂਲ ਹੈ। ਇਹਦੇ ਨਾਲ ਬਹੁਤ ਸੰਮਤੀ ਪੰਜਾਬੀਆਂ ਦੀ ਰਾਏ ਬਣ ਕੇ ਗੁਰਦੁਆਰਾ ਜਿਹੜਾ ਹੋਰ ਬਿਹਤਰ ਹੋ ਸਕਦਾ। ਡਾਕਟਰ ਸਾਹਿਬ ਦਾ ਵੀ ਮੰਨਣਾ ਤੇ ਉਹਦੇ ਲਈ ਵੋਟ ਦਾ ਅਧਿਕਾਰ ਜਿਹੜਾ ਉਹਦੇ ਤੇ ਕਰੜੀ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਉਹ ਬੰਦਾ ਅੰਮ੍ਰਿਤਧਾਰੀ ਹੋਵੇ, ਉਹ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ। ਪ੍ਰਬੰਧ ਵਿੱਚ ਆਉਣ ਵਾਲੇ ਵਿਅਕਤੀ ਤੇ ਕਰ ਲੈਣ ਤੇ ਆਮ ਜਿਸ ਤਰ੍ਹਾਂ ਆਪਾਂ ਵੋਟਾਂ ਪਾਉਂਦੇ ਆ, ਆਮ ਨਾਗਰਿਕਾਂ ਨੂੰ ਜਿਨ੍ਹਾਂ ਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਹੈ, ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਤੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਜਿਹੜੇ ਪੈ ਵਿਗਾੜ ਹੈ ਉਹਨੂੰ ਦੂਰ ਕਰਨਾ ਚਾਹੀਦਾ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ। ਕੁਝ ਕਹਿਣਾ ਚਾਹੋ ਲਾਸਟ, ਤੁਹਾਨੂੰ ਕੋਈ ਹੋਰ ਮੈਸੇਜ ਦੇਣਾ ਚਾਹੋ ਤੇ ਮੇਰਾ ਮੈਸੇਜ ਤਾਂ ਇਹ ਹੈ ਕਿ ਜਦੋਂ ਤੱਕ
ਅਸੀਂ ਆਪ ਕੌਨਸ਼ੀਅਸ ਨਹੀਂ ਹੁੰਦੇ ਹੈਗੇ, ਸਾਨੂੰ ਜਾਗਰਤ ਹੋਣਾ ਪਊਗਾ ਇਹ ਤਬਦੀਲੀ ਲਿਆਉਣ ਦੇ ਵਾਸਤੇ। ਤਬਦੀਲੀਆਂ ਕਦੇ ਵੀ ਆਪਣੇ ਆਪ ਨਹੀਂ ਆਉਂਦੀਆਂ ਹੁੰਦੀਆਂ, ਤੇ ਪੋਜ਼ਿਟਿਵ ਬੇਸ ਦੇ ਵਿੱਚ ਸਾਨੂੰ ਇਸ ਪਾਸੇ ਨੂੰ ਚੱਲਣਾ ਚਾਹੀਦਾ। ਤੇ ਸਾਰੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸੀ ਉਸ ਸਮੇਂ ਦਾ ਇਤਿਹਾਸ ਪੜ੍ਹਨਾ ਚਾਹੀਦਾ, ਕਿੰਨੇ ਤਰੱਦਦ ਕਰਕੇ, ਕਿੰਨੀਆਂ ਘਾਲਣਾ ਕਰਕੇ, ਕਿੰਨੀਆਂ ਸ਼ਹੀਦੀਆਂ ਦੇ ਕੇ ਆਪਾਂ ਐਡੀ ਵੱਡੀ ਸੰਸਥਾ ਬਣਾਈ ਸੀ। ਜੇ ਹੁਣ ਇਹ ਖੁਰੀ ਆ, ਇਹਦਾ ਸਾਰਾ ਕੁਝ ਤਾਣਾ ਬਾਣਾ ਖਰਾਬ ਹੋਇਆ, ਇਹਦੇ ਪਿੱਛੇ ਜਿਹੜੀਆਂ ਤਾਕਤਾਂ ਨੇ, ਜਿਹੜੇ ਲੋਕ ਦੋਸ਼ੀ ਨੇ, ਉਹਨਾਂ ਨੂੰ ਪਛਾਣ ਕਰਕੇ ਤੇ ਨਵੇਂ ਸਿਰੇ ਤੋਂ ਆਪਣਾ ਗੁਰਦੁਆਰਾ ਪ੍ਰਬੰਧ ਸੁਧਾਰਨ ਵੱਲ ਯਤਨ ਕਰਨੇ ਚਾਹੀਦੇ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।